ਵਾਹਿਗੁਰੂ 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 ਵਾਹਿਗੁਰੂ। ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਗਈ ਬੋਹੜ ਬੰਦੀ ਛੋੜ, ਨਿਰੰਕਾਰ ਦੁਖਦਾਰੀ। ਕਰਮ ਨ ਜਾਣਾ ਧਰਮ ਨ ਜਾਣਾ, ਲੋਭੀ ਮਾਇਆ ਧਾਰੀ। ਗਈ ਬੋਹੜ ਬੰਦੀ ਛੋੜ, ਨਿਰੰਕਾਰ ਦੁਖਦਾਰੀ। ਕਰਮ ਨ ਜਾਣਾ ਧਰਮ ਨ ਜਾਣਾ, ਲੋਭੀ ਮਾਇਆ ਧਾਰੀ। ਨਾਮ ਪਰਿਉ ਭਗਤ ਗੋਵਿੰਦ ਕਾ, ਇਹੋ ਰਾਖੋ ਪੈਜ ਤੁਮਾਰੀ। ਹਰ ਜੀਉ ਨਿਮਾਣਿਆ ਤੂੰ ਮਾਣਾ, ਨਿਚੀਜਿਆ ਚੀਜ ਕਰੇ ਮੇਰਾ ਗੋਵਿੰਦ। ਤੇਰੀ ਕੁਦਰਤ ਕੋ ਕੁਰਬਾਨਾ। ਰਹਾਉ ਜੈਸਾ ਬਾਲਕ ਭਾਏ ਸੁਭਾਈ, ਲੱਖ ਅਪਰਾਧ ਕਮਾਵੈ। ਕਰ ਉਪਦੇਸ਼ ਝਿੜਕੇ ਬਹੁ ਭਾਤੀ, ਬਾਹੁੜ ਪਿਤਾ ਗਲ ਲਾਵੈ। ਪਿਛਲੇ ਔਗਣ ਬਖਸ਼ ਲਏ ਪ੍ਰਭ, ਆਗੈ ਮਾਰਗ ਪਾਵੈ। ਹਰ ਅੰਤਰ ਜਾਮੀ ਸਭ ਵਿਦ ਜਾਣੈ, ਤਾ ਕਿਸ ਪਹਿ ਆਖ ਸੁਨਾਈਆ। ਕਹਿਣਾ ਕਥਨ ਨਾ ਭੀਜੈ ਗੋਬਿੰਦ, ਹਰ ਭਾਵੈ ਪੈਜ ਰਖਾਈਆ। ਅਵਰ ਓਟ ਮੈਂ ਸਗਲੀ ਦੇਖੀ, ਇਕ ਤੇਰੀ ਓਟ ਰਹਾਈਆ। ਹੋਏ ਦਇਆਲ ਕਿਰਪਾਲ ਪ੍ਰਭ ਠਾਕੁਰ, ਆਪੇ ਸੁਣੈ ਬੇਨੰਤੀ। ਪੂਰਾ ਸਤਿਗੁਰ ਮੇਲ ਮਿਲਾਵੈ, ਸਭ ਚੂਕੈ ਮਨ ਕੀ ਚਿੰਤੀ। ਹਰ ਹਰ ਨਾਮ ਅਵਖਦ ਮੁਖ ਪਾਇਆ, ਜਨ ਨਾਨਕ ਸੁਖ ਵਸੰਤੀ। ਹੋਏ ਦਇਆਲ ਕਿਰਪਾਲ ਪ੍ਰਭ ਠਾਕੁਰ, ਆਪੇ ਸੁਣੈ ਬੇਨੰਤੀ। ਪੂਰਾ ਸਤਿਗੁਰ ਮੇਲ ਮਿਲਾਵੈ, ਸਭ ਚੂਕੈ ਮਨ ਕੀ ਚਿੰਤੀ। ਹਰ ਹਰ ਨਾਮ ਅਵਖਦ ਮੁਖ ਪਾਇਆ, ਜਨ ਨਾਨਕ ਸੁਖ ਵਸੰਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਗਰੀਬ ਨਵਾਜ ਦਸਾਂ ਪਾਤਸ਼ਾਹੀਆਂ ਦਾ ਪ੍ਰਤੱਖ ਸਰੂਪ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਨਿਤ ਦੇ ਨੇਮ ਨਾਲ ਗੁਰੂ ਕੇ ਮੁਖ ਵਾਕ ਦੀ ਵਿਚਾਰ ਸਰਵਣ ਕਰਨ ਲਈ ਜਿੱਥੇ ਤਨ ਕਰਕੇ ਹਾਜ਼ਰ ਹੁੰਨੇ ਹੋ,
ਉੱਥੇ ਦੇਸ਼ ਵਿਦੇਸ਼ ਅੰਦਰ ਘਰਾਂ ਵਿੱਚ ਬੈਠ ਕੇ ਚੈਨਲ ਮਾਧਿਅਮ ਰਾਹੀਂ ਸੁਰਤ ਨਾਲ ਗੁਰੂ ਦਰਬਾਰ ਨਾਲ ਜੁੜ ਕੇ ਵੀ ਹਾਜ਼ਰੀਆਂ ਲਵਾਉਂਦੇ ਹੋ। ਇਹ ਉਹ ਦਰਬਾਰ ਦਾ ਹੁਕਮ ਹੈ ਜਿਸ ਨੂੰ ਬਾਣੀ ਨੇ ਕਿਹਾ, ਡਿੱਠੇ ਸਭੇ ਥਾਵ ਨਹੀਂ ਤੁਧ ਜੇਹਿਆ, ਜਿਸ ਦੇ ਬਾਬਤ ਸਾਡੇ ਸਿੱਖ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਗਰੀਬ ਨਵਾਜ ਪਹਿਲੀ ਪਾਤਸ਼ਾਹੀ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਆਦਿ ਗੁਰੇ ਨਮਹਿ, ਧੰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਥੇ ਪਾਵਨ ਦੁੱਖ ਭੰਜਨੀ ਵੀਰ ਸਾਹਿਬ ਵਾਲੇ ਅਸਥਾਨ ਤੇ ਬੈਠ ਕੇ ਭਾਈ ਮਰਦਾਨੇ ਨੂੰ ਕਿਹਾ ਸੀ, ਮਰਦਾਨਿਆ ਇਹ ਜਗ੍ਹਾ ਐਸਾ ਸਮਾਂ ਆਵੇਗਾ ਭੋਗ ਤੇ ਮੋਖ ਲਈ ਦੁਨੀਆ ਦੇ ਵਿੱਚ ਪ੍ਰਸਿੱਧ ਹੋਵੇਗੀ। ਇਹ ਐਸੀ ਜਗ੍ਹਾ ਹੋਵੇਗੀ ਜਿੱਥੇ ਅੱਠੇ ਪੈਰ ਉਹ ਪਰਮੇਸ਼ਰ ਦੀ ਸਿਫਤ ਹੋਵੇਗੀ, ਕੀਰਤਨ ਹੋਵੇਗਾ, ਜਿੱਥੇ ਬੈਠ ਕੇ ਸਤਿਗੁਰਾਂ ਨੇ ਆਪ ਸ਼ਬਦ ਕੀਰਤਨ ਕੀਤਾ, ਜਿੱਥੇ ਬੈਠ ਕੇ ਸਤਿਗੁਰਾਂ ਨੇ ਬੇਅੰਤ ਬਖਸ਼ਿਸ਼ਾਂ ਕੀਤੀਆਂ, ਜਿੱਥੇ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ, ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਬਖਸ਼ਿਸ਼ਾਂ ਬਖਸ਼ੀਆਂ। ਗੁਰੂ ਅਮਰਦਾਸ ਜੀ ਨੇ ਟੱਕ ਲਾਇਆ, ਨੀਂਵ ਰੱਖੀ। ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੇ ਰਾਮਦਾਸਪੁਰੀ ਦੇ ਵਿੱਚ ਕਿਰਪਾ ਵਰਤਾਈ। ਧੰਨ ਗੁਰੂ ਗਰੀਬ ਨਵਾਜ ਪ੍ਰਤੱਖ ਹਰੀ ਸਰੂਪ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਆਪ ਅਸਥਾਨ ਬਣਾਇਆ। ਹਰਮੰਦਰ ਦੇ ਅੰਦਰ ਪਹਿਲਾ ਪ੍ਰਕਾਸ਼ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਕੀਤਾ। ਹੁਕਮ ਲੈਣ ਦੀ ਜਾਚ ਉਸ ਵੇਲੇ ਸਾਨੂੰ ਸਿਖਾਲੀ। ਬੁੱਢਾ ਸਾਹਿਬ ਖੋਲੋ ਗ੍ਰੰਥ ਲਿਹੋ ਆਵਾਜ਼, ਸੁਣੈ ਸਭ ਪੰਥ। ਇਹ ਹਰਮੰਦਰ ਦੀ ਆਵਾਜ਼ ਨੂੰ, ਹਰਮੰਦਰ ਦੇ ਹੁਕਮ ਨੂੰ, ਹਰਮੰਦਰ ਸਾਹਿਬ ਦੇ ਮੁੱਖ ਵਾਕ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਜਿੱਥੇ ਵੀ ਗੁਰੂ ਰਾਮਦਾਸ ਦਾ ਭਾਵਨਾ ਵਾਲਾ ਸਿੱਖ ਬੈਠਾ ਹੈ, ਉਹ ਭਾਵੇਂ ਅੰਮ੍ਰਿਤਧਾਰੀ ਹੈ, ਭਾਵੇਂ ਸਹਿਜਧਾਰੀ ਹੈ, ਭਾਵੇਂ ਹੋਰ ਮਤਾਂ ਮਤਾਂਤਰਾਂ ਦੇ ਵਿੱਚ ਵੀ ਗੁਰੂ ਘਰ ਤੇ ਭਾਵਨਾ ਰੱਖਣ ਵਾਲਾ, ਉਹ ਨਿਤਨੇਮ ਨਾਲ ਗੁਰੂ ਕੇ ਹੁਕਮ ਨੂੰ, ਗੁਰੂ ਕੇ ਮੁੱਖ ਵਾਕ ਨੂੰ ਨਿਤਨੇਮ ਨਾਲ ਸਰਵਣ ਕਰਦੇ ਆ ਤੇ ਸਰਵਣ ਕਰਕੇ ਗੁਰੂ ਕੇ ਹੁਕਮਨਾਮੇ ਤੇ ਭਾਵਨਾ ਰੱਖਦੇ ਆ ਵੀ ਗੁਰੂ ਸਾਹਿਬ ਨੇ ਅੱਜ ਸਾਡੇ ਲਈ ਇਹ ਹੁਕਮ ਬਖਸ਼ੇ ਹੈ। ਉਹ ਹੁਕਮਨਾਮੇ ਤੇ ਜੀਵਨ ਨੂੰ ਢਾਲਣ ਵਾਸਤੇ ਹੁਕਮਨਾਮੇ ਦੀ ਵਿਚਾਰ, ਫਿਰ ਉਹ ਭਾਵਨਾ ਵਾਲੇ ਸਿੱਖ ਪ੍ਰੇਮੀ ਰੋਜ਼ਾਨਾ ਨਿਤਾ ਪ੍ਰਤੀ ਮੰਜੀ ਸਾਹਿਬ ਦੀਵਾਨ ਹਾਲ ਤੋਂ ਸਰਵਣ ਵੀ ਕਰਦੇ ਆ। ਅੱਜ ਸਤਿਗੁਰਾਂ ਨੇ ਪ੍ਰਤੱਖ ਹਰੀ ਸਰੂਪ ਆਪ ਗਰੀਬ ਨਵਾਜ ਗੁਰੂ ਨਾਨਕ ਦਾ ਪੰਜਵਾਂ ਜਾਮਾ, ਭਾਰੀ ਗੁਰੂ ਬਾਣੀ ਕੇ ਬੋਹੇ ਸ਼ਾਂਤੀ ਦੇ ਸੋਮੇ, ਤਪਦਿਆਂ ਹਿਰਦਿਆਂ ਨੂੰ ਠਾਰਨ ਵਾਲੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਇਹ ਪਾਵਨ ਸ਼ਬਦ ਸੋਰਠ ਰਾਗ ਦੇ ਅੰਦਰ ਪਾਵਨ ਅੰਗ 624 ਤੋਂ ਪ੍ਰਾਰੰਭ ਕਰਕੇ ਪਾਵਨ ਅੰਗ 625 ਤੱਕ ਸੰਗਤ ਜੀ ਅੰਕਿਤ ਕੀਤਾ ਹੈ। ਅੱਜ ਦੇ ਇਸ ਮੁੱਖ ਵਾਕ ਦੇ ਵਿੱਚ ਉਹ ਪਰਮੇਸ਼ਰ ਵਾਹਿਗੁਰੂ ਅੱਗੇ ਅਰਦਾਸ ਕਰਨ ਦੇ ਲਈ, ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਅੱਗੇ ਜੋਦੜੀ ਕਰਨ ਦੇ ਲਈ ਸਾਨੂੰ ਸਿੱਖਿਆ ਦਿੱਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਰਹਾਉ ਦੇ ਬੰਦ ਵਿੱਚ ਬਖਸ਼ਿਸ਼ ਕਰਦੇ ਆ, ਹਰ ਜੀਓ ਨਿਮਾਣਿਆ ਤੂੰ ਮਾਣ, ਨ ਚੀਜ਼ਿਆਂ ਚੀਜ਼ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕਉ ਕੁਰਬਾਨ। ਹੇ ਵਾਹਿਗੁਰੂ, ਤੂੰ ਜਿਨ੍ਹਾਂ ਨੂੰ ਕੋਈ ਮਾਣ ਨਹੀਂ ਦਿੰਦਾ, ਜਿਨ੍ਹਾਂ ਨੂੰ ਕੋਈ ਆਦਰ ਨਹੀਂ ਦਿੰਦਾ, ਜਿਨ੍ਹਾਂ ਦਾ ਦੁਨੀਆ ਵਿੱਚ ਕਿਤੇ ਸਤਿਕਾਰ ਨਹੀਂ, ਕਿਤੇ ਮਾਣ ਨਹੀਂ, ਕਿਤੇ ਆਦਰ ਨਹੀਂ,
ਜਿਨ੍ਹਾਂ ਦੀ ਦੁਨੀਆ ਵਿੱਚ ਕਿਤੇ ਪੁੱਛ ਨਹੀਂ ਹੈ, ਤੂੰ ਐਸੇ ਨਿਮਾਣਿਆਂ ਨੂੰ ਵੀ ਮਾਣ ਬਖਸ਼ਦਾ ਜਿਹੜਾ ਤੇਰੀ ਸ਼ਰਨ ਵਿੱਚ ਆ ਜਾਵੇ। ਤੂੰ ਜਿਨ੍ਹਾਂ ਨੂੰ ਮਨੁੱਖ ਤੁੱਛ ਸਮਝਦਾ ਹੈ ਵੀ ਇਹ ਮੇਰੀ ਨਿਗਾਹ ਵਿੱਚ ਕੁਝ ਨਹੀਂ ਹੈ, ਇਹ ਗਰੀਬ ਹੈ, ਇਹ ਨੀਵੀਂ ਜਾਤੀ ਦਾ ਹੈ, ਇਹ ਸ਼ੂਦਰ ਹੈ, ਅਖੌਤੀ ਜਾਤ ਪ੍ਰਥਾ ਦੇ ਵਿੱਚ ਸੋਚ ਨੂੰ ਗਲਤਾਨ ਕਰਕੇ ਮਨੁੱਖ ਜਾਤ ਪਾਤ 'ਚ ਉਲਝ ਜਾਂਦਾ ਹੈ, ਦੂਸਰੇ ਨੂੰ ਆਪਣੇ ਤੋਂ ਨੀਵਾਂ ਜਾਣਦਾ ਹੈ, ਜਿਨ੍ਹਾਂ ਨੂੰ ਨਤੀਜਿਆਂ ਕਰਕੇ ਲੋਕ ਮੰਨਦੇ ਆ, ਤੂੰ ਚੀਜ਼ ਕਰਾ ਹੈ ਵਾਹਿਗੁਰੂ, ਤੂੰ ਉਹਨਾਂ ਦੇ ਸਿਰ ਤੇ ਵੀ ਸਤਰ ਧਰ ਦਿੰਦਾ ਹੈ। ਐਸੀ ਜਿਹੜੀ ਤੇਰੀ ਕੁਦਰਤ ਹੈ, ਤੇਰੀ ਸ਼ਕਤੀ ਹੈ, ਉਹ ਤੋਂ ਮੈਂ ਕੁਰਬਾਨ ਜਾਨਾ, ਬਲਿਹਾਰ ਜਾਨਾ। ਕਿਉਂਕਿ ਸੰਸਾਰ ਦੇ ਵਿੱਚ ਮਨੁੱਖ ਕੋਲ ਜੇ ਕਿਸੇ ਕੋਲ ਸ਼ਕਤੀ ਹੈ, ਜੇ ਕਿਸੇ ਕੋਲ ਪਾਵਰ ਹੈ, ਕਿਸੇ ਕੋਲ ਅਧਿਕਾਰ ਹੈ, ਤਾਂ ਉਹ ਸ਼ਕਤੀ, ਉਹ ਪਾਵਰ, ਉਹ ਅਧਿਕਾਰ ਦੀ ਵਰਤੋਂ ਪਹਿਲੋਂ ਵੇਖਦਾ ਵੀ ਮੇਰਾ ਕੋਈ ਆਪਣਾ ਪਰਿਵਾਰ ਦਾ ਜੀ, ਪਹਿਲੋਂ ਆਪਣੇ ਪਰਿਵਾਰ ਦੇ ਜੀ ਨੂੰ ਮਨੁੱਖ ਕੋਈ ਅਧਿਕਾਰ ਦਿੰਦਾ, ਕੋਈ ਸ਼ਕਤੀ ਦਿੰਦਾ ਹੈ। ਜੇ ਕੋਈ ਸੰਸਾਰੀ ਪਦਵੀ ਹੈ, ਸੰਸਾਰੀ ਅਹੁਦਾ ਹੈ, ਤਾਂ ਪਹਿਲੋਂ ਆਪਣੇ ਪਰਿਵਾਰ ਦੇ ਜੀ ਨੂੰ, ਫਿਰ ਆਪਣੇ ਰਿਸ਼ਤੇਦਾਰਾਂ ਨੂੰ, ਫਿਰ ਆਪਣੇ ਨਜ਼ਦੀਕੀ ਸੰਬੰਧੀਆਂ ਨੂੰ ਦਿੰਦਾ ਹੈ। ਪਰ ਐ ਵਾਹਿਗੁਰੂ, ਜਿਹੜਾ ਸੰਸਾਰ 'ਚ ਨਿਮਾਣਾ ਹੈ ਤੇ ਤੇਰੀ ਸ਼ਰਨ ਵਿੱਚ ਆ ਜਾਵੇ, ਤੂੰ ਉਹਨੂੰ ਫਿਰ ਮਾਣ ਬਖਸ਼ ਦਿੰਦਾ ਹੈ, ਉਹ ਤੇ ਮਿਹਰ ਕਰਦਾ ਹੈ। ਤੇਰੀ ਐਸੀ ਕੁਦਰਤ ਤੋਂ ਮੈਂ ਕੁਰਬਾਨ ਜਾਨਾ, ਬਲਿਹਾਰ ਜਾਨਾ, ਸਦਕੇ ਜਾਨਾ। ਤੂੰ ਐਸਾ ਦਿਆਲੂ ਹੈ, ਜੇ ਮਨੁੱਖ ਦੇ ਜੀਵਨ ਦੇ ਵਿੱਚ ਕੋਈ ਅਵਸਥਾ ਗਵਾਚ ਗਈ, ਜੀਵਨ ਦੇ ਵਿੱਚ ਕੋਈ ਝੋਰਾ ਹੈ, ਤੂੰ ਬਖਸ਼ਿਸ਼ ਕਰਕੇ ਉਹ ਘਾਟਾ ਵੀ ਪੂਰਾ ਕਰ ਦਿੰਦਾ ਹੈ। ਤੂੰ ਬੰਧਨਾਂ ਤੋਂ ਵੀ ਛੁਡਾਉਣ ਵਾਲਾ ਹੈ, ਤੂੰ ਦੁੱਖਾਂ ਨੂੰ ਵੀ ਕੱਟਣ ਵਾਲਾ ਹੈ। ਇਹ ਸ਼ਬਦ ਦੇ ਵਿੱਚ ਜਗਿਆਸੂ ਦੁਆਰਾ ਸਤਿਗੁਰੂ ਪਰਮੇਸ਼ਰ ਅੱਗੇ ਅਰਦਾਸ ਬੇਨਤੀ ਜੋਦੜੀ ਸਤਿਗੁਰੂ ਸਿਖਾਲਦੇ ਆਓ। ਸ਼ਬਦ ਦੀ ਪ੍ਰਾਰੰਭਤਾ ਤੋਂ ਵਿਚਾਰ ਚਿੱਤ ਦੀਆਂ ਵਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਗਈ ਬਹੋੜ ਬੰਦੀ ਛੋੜ, ਨਿਰੰਕਾਰ ਦੁਖਦਾਰੀ। ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਫਰਮਾਉਂਦੇ ਆ, ਹੇ ਵਾਹਿਗੁਰੂ, ਗਈ ਬਹੋੜ, ਜਿਹੜੀ ਮੇਰੀ ਉਮਰ ਬਾਲਪਨ ਦੇ ਵਿੱਚ ਬਤੀਤ ਹੋ ਗਈ, ਜਵਾਨੀ ਮੇਰੀ ਹੰਕਾਰ, ਕਾਮ ਆਦਿਕ, ਕ੍ਰੋਧ ਆਦਿਕ ਵਿਕਾਰਾਂ ਦੇ ਵਿੱਚ ਖੱਚਤ ਹੋ ਕੇ ਲੰਘ ਗਈ। ਮੇਰੀ ਜਿਹੜੀ ਉਮਰ ਬੰਦਗੀ ਕਰਨ ਦੀ ਸੀ, ਭਗਤੀ ਕਰਨ ਦੀ ਉਮਰ ਸੀ, ਸਿਮਰਨ ਕਰਨ ਦੀ ਉਮਰ ਸੀ, ਉਹ ਅਜਾਈਂ ਚਲੀ ਗਈ। ਐ ਵਾਹਿਗੁਰੂ, ਤੂੰ ਗਈ ਬਹੋੜ, ਗਈ ਹੋਈ ਅਵਸਥਾ ਨੂੰ, ਗਈ ਹੋਈ ਉਮਰ ਨੂੰ ਬਹੋੜ, ਉਹ ਸਮੇਂ ਖੁੰਝੇ ਹੋਏ ਦੇ ਘਾਟੇ ਨੂੰ ਪੂਰਾ ਕਰਨ ਵਾਲਾ ਹੈ। ਜੇ ਤੂੰ ਚਾਹੇ ਇੱਕ ਛਿਨ ਦੇ ਵਿੱਚ ਆਪਣੀ ਬੰਦਗੀ ਦੇ ਨਾਲ ਤਾਰ ਦੇਵੇਂ, ਮੁਕਤ ਕਰ ਦੇਵੇਂ। ਜੇ ਤੂੰ ਚਾਹੇ ਆਪਣੇ ਨਾਮ ਨਾਲ, ਜਿਵੇਂ ਅਜਾਮਲ ਪਾਪੀ ਜਗ ਜਾਣਾ, ਨਿਮਖ ਮਾਹੇ ਨਿਸਤਾਰਾ। ਸਾਰੀ ਉਮਰ ਅਜਾਮਲ ਨੇ ਪਾਪਾਂ ਵਿੱਚ ਬੇਅਰਥ ਗਵਾ ਦਿੱਤੀ। ਜਿਸ ਵੇਲੇ ਪਾਪਾਂ ਦੇ ਵਿੱਚ ਗਲਤਾਨ ਹੋਏ ਨੇ, ਬੇਸਵਾ ਦੇ ਸੰਗ ਕਰਦੇ ਨੇ, ਆਪਣਾ ਜੀਵਨ ਸਾਰਾ ਹੀ ਬੇਅਰਥ ਗਵਾ ਲਿਆ। ਭਾਵੇਂ ਵੱਡਾ ਵਿਦਵਾਨ ਸੀ, ਵੱਡਾ ਕਥਾਕਾਰ ਸੀ, ਵੱਡਾ ਪੰਡਤ ਵੀ ਸੀ, ਪਰ ਆਪਣੇ ਗੁਰੂ ਜਨਾਂ ਦੇ ਆਖੇ ਨਾ ਲੱਗ ਕੇ ਉਹਨਾਂ ਦੇ ਉਪਦੇਸ਼ ਤੋਂ ਉਲਟ ਜੀਵਨ ਬਿਤਾਇਆ। ਐਸੀ ਦੁਰਦਸ਼ਾ ਹੋ ਗਈ, ਜਿਸ ਰਾਜੇ ਦੇ ਦੁਆਰੇ ਤੇ ਕਥਾ ਕਰਦਾ ਸੀ, ਉੱਥੋਂ ਵੀ ਕੱਢਿਆ ਗਿਆ। ਐਸੀ ਦਸ਼ਾ ਹੋ ਗਈ, ਜਿੱਥੇ ਰਹਿੰਦਾ ਸੀ ਉੱਥੋਂ ਵੀ ਲੋਕ
ਦੁਰਕਾਰਨ ਲਾਗੇ ਉਥੋਂ ਇਲਾਕੇ ਤੋਂ ਵੀ ਕੱਢ ਦਿੱਤਾ। ਗ੍ਰੰਥਕਾਰ ਲਿਖਦੇ ਆ ਐਸੀ ਦਸ਼ਾ ਹੋ ਗਈ ਜੀਵਨ ਦੇ ਵਿੱਚ, ਫਿਰ ਜੰਗਲ ਦੇ ਵਿੱਚ ਕੁਟੀਆ ਬਣਾ ਕੇ ਰਹਿਣਾ ਪਿਆ। ਕੋਈ ਪੂਰਬਲਾ ਭਾਗ ਪੂਰਵ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਵੈਰਾਗੀ, ਕੋਈ ਗੁਰਮੁਖ ਦਾ ਮਿਲਾਪ ਹੋਇਆ, ਗੁਰੂ ਪਿਆਰੇ ਦਾ ਮਿਲਾਪ ਹੋਇਆ। ਕੋਈ ਨਾਮੀ ਪੁਰਖ ਸਤਸੰਗੀ ਜਨ ਆਏ, ਉਹਨਾਂ ਨੇ ਵੇਖਿਆ ਵੀ ਜੰਗਲ 'ਚ ਕੁਟੀਆ ਗਈ, ਉਹਨਾਂ ਨੇ ਰਾਤ ਕੱਟਣ ਲਈ ਉੱਥੇ ਠਹਿਰਾ ਕਰਨ ਲਈ ਪੁੱਛਿਆ। ਜਿਸ ਵੇਲੇ ਅਜਾਮਲ ਕੋਲ ਠਹਿਰੇ ਨੇ, ਅਜਾਮਲ ਦਾ ਜੀਵਨ ਵੇਖਿਆ ਵੀ ਇਹ ਬੇਸਵਾ ਗਾਮੀ ਹੈ, ਬੇਸਵਾ ਤੋਂ ਕਈ ਪੁੱਤਰ ਹੋਏ ਨੇ, ਤੇ ਫੇਰ ਬੇਸਵਾ ਦੇ ਪੁੱਤਰ ਅੱਗੇ ਹੋਣ ਵਾਲਾ ਹੈ। ਬੇਸਵਾ ਗਰਭ ਅਵਸਥਾ ਵਿੱਚ ਸੀ। ਉਹ ਮਹਾਤਮਾਵਾਂ ਨੇ ਅਜਾਮਲ ਨੂੰ ਸਮਝਾਇਆ, ਅਜਾਮਲ ਤੂੰ ਸਾਰੀ ਉਮਰ ਪਾਪਾਂ 'ਚ ਬਿਤਾ ਲਈ, ਹੁਣ ਤੇਰਾ ਜਿਹੜਾ ਅੱਗਾ ਹੈ ਉਹ ਪਰਲੋਕ ਤੇਰਾ ਵਿਗੜ ਚੁੱਕਿਆ। ਹੁਣ ਜਦੋਂ ਤੂੰ ਪਰਲੋਕ ਜਾਵੇਂਗਾ ਉੱਥੇ ਤੈਨੂੰ ਜਮਾਂ ਦੀ ਮਾਰ ਝੱਲਣੀ ਪੈਣੀ ਆ। ਤੇਰਾ ਜੀਵਨ ਬੇਅਰਥ ਲੰਘ ਗਿਆ ਬਿਨਾਂ ਸਿਮਰਨ ਤੋਂ, ਕਿਉਂਕਿ ਆਇਓ ਪੜਨ ਸੁਣਨ ਕੋ ਬਾਣੀ। ਇਸ ਸੰਸਾਰ ਵਿੱਚ ਆਉਣਾ ਕਿਸ ਲਈ ਹੋਇਆ? ਉਹ ਵਾਹਿਗੁਰੂ ਦੀ ਧੁਰ ਕੀ ਬਾਣੀ ਆਈ, ਤੈਨ ਸਗਲੀ ਚਿੰਤ ਮਿਟਾਈ। ਉਹ ਧੁਰ ਦਰਗਾਹ ਦੀ ਪਵਿੱਤਰ ਖਸਮ ਕੀ ਬਾਣੀ, ਸੱਚੀ ਬਾਣੀ ਪੜ੍ਹਨ ਲਈ, ਨਾਮ ਜਪਣ ਲਈ ਸੰਸਾਰ ਵਿੱਚ ਆਇਆ ਸੀ। ਭਈ ਪ੍ਰਾਪਤ ਮਾਨੁਖ ਦੇ ਹੋਰੀਆ, ਗੋਬਿੰਦ ਮਿਲਣ ਕੀਏ ਤੇਰੀ ਵਰੀਆ। ਉਹ ਗੋਬਿੰਦ ਨੂੰ ਮਿਲਣ ਆਇਆ ਸੀ, ਪਰ ਨਾਮ ਵਿਸਾਰ ਲੱਗੇ ਅਨ ਲਾਲਚ। ਅਬਰ ਕਾਜ ਤੇਰਾ ਕਿਤੇ ਨਾ ਕਾਮ, ਨਾਮ ਵਿਸਾਰ ਲੱਗੇ ਅਨ ਲਾਲਚ, ਹੋਰ ਲਾਲਚਾਂ 'ਚ ਲੱਗ ਗਿਆ। ਬਿਰਥਾ ਜਨਮ ਪ੍ਰਾਣੀ, ਐ ਪ੍ਰਾਣਾ ਧਾਰੀ ਜੀਵ ਤੇਰਾ ਜੀਵਨ ਬਿਅਰਥ ਚਲਿਆ ਗਿਆ। ਐ ਅਜਾਮਲ ਤੂੰ ਜੀਵਨ ਅਜਾਈ ਗਵਾ ਲਿਆ, ਸਾਰੀ ਉਮਰ ਲੰਘ ਗਈ ਤੇਰੀ। ਹੁਣ ਅੰਤਲਾ ਸਮਾਂ ਤੇਰਾ ਚੱਲ ਰਿਹਾ, ਸਰੀਰ ਰੋਗੀ ਹੋ ਗਿਆ ਕਾਮੀ ਹੋਣ ਕਰਕੇ। ਹੇ ਕਾਮੰ ਨਰਕ ਵਿਸਰਾਮੰ, ਬਹੁ ਜੋਨੀ ਪ੍ਰਮਾਵਨ ਹੈ। ਐ ਅਜਾਮਲ ਤੂੰ ਹਜੇ ਵੀ ਸੰਭਲ। ਅਜਾਮਲ ਦਿਨ ਰਾਤ ਪਾਪਾਂ 'ਚ ਸੁਰਤ ਗਲਤਾਨ ਹੋਣ ਕਰਕੇ ਬੇਨਤੀ ਕਰਨ ਲੱਗਿਆ ਵੀ ਹੁਣ ਨਾਮ ਨਹੀਂ ਜਪਿਆ ਜਾਂਦਾ। ਗੁਰਮੁਖਾਂ ਨੇ ਜੁਗਤੀ ਦਿੱਤੀ, ਕਹਿਣ ਲੱਗੇ ਜਿਹੜਾ ਤੇਰਾ ਹੁਣ ਪੁੱਤਰ ਹੋਵੇਗਾ ਉਹਦਾ ਨਾਮ ਨਾਰਾਇਣ ਰੱਖੀ। ਫਿਰ ਸ੍ਰੀ ਗੁਰਬਾਣੀ ਸਾਖ ਭਰਦੀ ਆ, ਭਾਈ ਗੁਰਦਾਸ ਜੀ ਵੀ ਗਵਾਹੀ ਦਿੰਦੇ ਆ ਵੀ ਅੰਤਲੇ ਸਮੇਂ ਪਿਆਸ ਲੱਗੀ ਸੀ, ਪੁੱਤਰ ਨੂੰ ਆਵਾਜ਼ ਮਾਰੀ, ਨਾਰਾਇਣ ਪਾਣੀ ਲਿਆ ਨਾਰਾਇਣ। ਜਦੋਂ ਨਾਰਾਇਣ ਮੁਖ ਚੋਂ ਨਿਕਲਿਆ, ਭਾਵੇਂ ਪੁੱਤਰ ਹੇਤ ਕਿਹਾ ਸੀ, ਪਰ ਪਰਮੇਸ਼ਰ ਦਾ ਕਿਰਤਮ ਨਾਮ ਕਥੇ ਤੇਰੇ ਜਿਹਵਾ, ਸਤਨਾਮ ਤੇਰਾ ਪਰਾ ਪੂਰਵਲਾ। ਉਹਦਾ ਨਾਮ ਲੈਣ ਦੀ ਐਸੀ ਵਡਿਆਈ। ਅਜਾਮਲ ਪਾਪੀ ਇੱਕ ਨਿਮਖ ਵਿੱਚ ਨਿਸਤਾਰਿਆ, ਭਾਵ ਮੁਕਤ ਕਰ ਦਿੱਤਾ। ਅਜਾਮਲ ਪਾਪੀ ਜਗ ਜਾਣੈ, ਨਿਮਖ ਮਾਹੇ ਨਿਸਤਾਰਾ। ਇਸ ਲਈ ਗੁਰੂ ਤੇਗ ਬਹਾਦਰ ਜੀ ਕਹਿੰਦੇ, ਐ ਮਨ ਜਦੋਂ ਤੂੰ ਇਹ ਸਾਰਾ ਕੁਝ ਸੁਣਦਾ ਵੀ ਗਣਕਾ ਪਾਪਣ ਨੂੰ ਤਾਰ ਦਿੱਤਾ, ਅਜਾਮਲ ਪਾਪੀ ਨੂੰ ਤਾਰ ਦਿੱਤਾ, ਜਿਨ੍ਹਾਂ ਦੀ ਸਾਰੀ ਉਮਰ ਚਲੀ ਗਈ ਸੀ, ਗਈ ਬਹੋੜ, ਜਿਨ੍ਹਾਂ ਦੀ ਉਮਰ ਗਈ ਸੀ ਚਲੀ ਗਈ ਸੀ। ਉਹ ਬਤੀਤ ਹੋਏ ਸਮੇਂ ਨੂੰ, ਉਹ ਘਾਟੇ ਨੂੰ ਪੂਰਾ ਕਰਨ ਵਾਲਾ ਕੇਵਲ ਪਰਮੇਸ਼ਰ ਹੈ। ਉਹ ਅੰਤਲੇ ਸਵਾਸ 'ਚ ਵੀ ਜੇ ਕੋਈ ਸ਼ਰਨ 'ਚ ਆ ਜਾਵੇ ਉਹਨੂੰ ਵੀ ਮੁਕਤ ਕਰ ਦਿੰਦਾ ਹੈ। ਮਹਾਰਾਜ ਕਹਿੰਦੇ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਣਕਾ ਸੀ ਉਧਰੀ, ਤਾਕੋ ਜਸ ਔਰ ਧਾਰੋ। ਗਈ ਬਹੋੜ ਹੈ ਵਾਹਿਗੁਰੂ ਜੀ, ਤੂੰ ਗਈ ਹੋਈ ਲੰਘੀ ਹੋਈ ਅਵਸਥਾ ਨੂੰ ਵੀ ਮੋੜ ਦਿੰਦਾ ਹੈ। ਜੇ ਕੋਈ ਪਹਿਲਾਂ ਅੰਮ੍ਰਿਤ ਵੇਲੇ ਉੱਠਦਾ ਸੀ, ਸਰੀਰ ਰੋਗੀ ਹੋ ਗਿਆ, ਆਲਸੀ ਹੋ ਗਿਆ, ਹੁਣ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ, ਅੰਦਰੋਂ ਦਿਲੋਂ ਭਿੱਜ ਕੇ ਅਰਦਾਸ ਕਰੇ, ਹੈ ਵਾਹਿਗੁਰੂ ਕਿਰਪਾ ਕਰ, ਮੇਰੀ ਜਿਹੜੀ ਉਹ ਚਲੀ ਗਈ ਅਵਸਥਾ ਅੰਮ੍ਰਿਤ ਵੇਲੇ ਉੱਠਣ ਦੀ ਤੂੰ ਕਿਰਪਾ ਕਰ ਦੇ। ਜੇ ਕਿਸੇ ਨਾਮੀ ਦੀ ਰਸ ਦੀ ਅਵਸਥਾ ਚਲੀ ਜਾਵੇ
ਕੋਈ ਨਾਮੀ ਅਭਿਆਸੀ ਹੈ, ਨਾਮ ਜਪਣ ਵਾਲਾ ਹੈ, ਕਈ ਵਾਲੀ ਕੋਈ ਐਸਾ ਕਰਮ ਆ ਜਾਂਦਾ, ਉਹਦਾ ਰਸ ਚਲਿਆ ਜਾਂਦਾ, ਉਹਦਾ ਸਿਮਰਨ ਚੱਲਦਾ ਬੰਦ ਹੋ ਜਾਂਦਾ ਹੈ। ਜਿਹੜੇ ਸਿਮਰਨ ਕਰਦੇ ਆ ਉਹਨਾਂ ਨੂੰ ਪਤਾ ਹੈ ਫਿਰ ਉਹ ਅਵਸਥਾ ਕੈਸੀ ਹੈ। ਆਖਾਂ ਜੀਵਾਂ ਬਿਸਰੈ ਮਰ ਜਾਓ, ਉਹਨਾਂ ਦੀ ਐਸੀ ਦਸ਼ਾ ਹੋ ਜਾਂਦੀ ਆ। ਉਹ ਤੜਫਦੇ ਆ ਜਿਵੇਂ ਮਛਲੀ ਪਾਣੀ ਤੋਂ ਵਿਛੜ ਕੇ ਤੜਫਦੀ ਆ। ਉਹਨਾਂ ਨੂੰ ਇਹ ਹੁੰਦਾ ਵੀ ਸਾਡਾ ਜਿਹੜਾ ਰੁਕਿਆ ਹੋਇਆ ਨਾਮ, ਕੋਈ ਕਿਰਪਾ ਕਰੇ ਸਾਡਾ ਨਾਮ ਚਲਾ ਦੇਵੇ। ਉਹ ਅਰਦਾਸਾਂ ਕਰਾਉਂਦੇ ਆ, ਬੇਨਤੀਆਂ ਕਰਾਉਂਦੇ ਆ। ਮਹਾਰਾਜ ਕਹਿੰਦੇ ਹੋਰ ਨਹੀਂ ਕੋਈ ਉਹ ਗਈ ਹੋਈ ਅਵਸਥਾ ਨੂੰ ਦੇਣ ਵਾਲਾ ਮੁੜ ਕੇ, ਕੇਵਲ ਸਤਿਗੁਰੂ ਆ। ਦੇਖੋ ਸਤਿਗੁਰੂ ਨੇ ਕਿੱਡੀ ਕਿਰਪਾ ਕੀਤੀ। ਜੇ ਕਿਸੇ ਸਿੱਖ ਤੋਂ ਜੀਵਨ ਦੇ ਵਿੱਚ ਕਰੈਤ ਹੋ ਜਾਵੇ, ਜੀਵਨ ਵਿੱਚ ਰਹਿਤ ਵਿੱਚ ਢਲਿਆਈ ਆ ਜਾਵੇ, ਜੇ ਕਿਸੇ ਤੋਂ ਬੱਜਰ ਕਰੈਤ ਹੋ ਗਈ, ਗੁਰਮੁਖਾਂ ਤੋਂ ਬਚਨ ਸੁਣਿਆ ਕਲਗੀਧਰ ਪਾਤਸ਼ਾਹ ਨੇ ਐਸੀ ਦਇਆ ਕੀਤੀ ਹੈ। ਜੇ ਕਿਸੇ ਅਭਿਆਸੀ ਸਿਮਰਨ ਵਾਲੇ ਤੋਂ ਕਰੈਤ ਹੋ ਗਈ, ਉਹ ਦੁਬਾਰਾ ਜਦੋਂ ਪੰਜਾਂ ਪਿਆਰਿਆਂ ਦੇ ਪੇਸ਼ ਹੋ ਕੇ ਸੁਧਾਈ ਕਰਾਉਂਦਾ ਹੈ ਤਾਂ ਸਤਿਗੁਰੂ ਦੀ ਅਵਸਥਾ ਫੇਰ ਉਹਨੂੰ ਦੇ ਦਿੰਦੇ ਆ। ਕੁਰੈਤ ਕਰਨ ਕਰਕੇ, ਕੁਰੈਤੀਆ ਹੋਣ ਕਰਕੇ ਗੁਰੂ ਤੋਂ ਜਦੋਂ ਬੇਮੁਖ ਹੋ ਗਿਆ, ਉਹਦਾ ਜਪ ਤਪ ਚਲਿਆ ਗਿਆ। ਪਰ ਜਦੋਂ ਸਤਿਗੁਰੂ ਦੇ ਪੰਜਾਂ ਪਿਆਰਿਆਂ ਅੱਗੇ ਪੇਸ਼ ਹੋ ਕੇ ਮਰਜ਼ਾਦਾ ਨਾਲ ਅੰਮ੍ਰਿਤ ਛਕ ਲੈਂਦਾ, ਦੁਬਾਰਾ ਸੁਧਾਈ ਕਰਾ ਲੈਂਦਾ ਹੈ, ਗੁਰਮੁਖਾਂ ਦੇ ਬਚਨ ਨੇ ਫਿਰ ਸਤਿਗੁਰੂ ਦਾ ਜਪ ਤਪ ਗਈ ਬਹੋੜ ਫੇਰ ਮੋੜ ਕੇ ਦੇ ਦਿੰਦੇ ਆ। ਗਈ ਬਹੋੜ ਬੰਦੀ ਛੋੜ, ਉਹ ਪਰਮੇਸ਼ਰ ਬੰਦੀ ਛੋੜ ਹੈ, ਬੰਧਨਾਂ ਤੋਂ ਛੁਡਾਉਣ ਵਾਲਾ ਹੈ। ਜਿੱਥੇ ਉਹ ਪ੍ਰਤੱਖ ਬੰਧਨਾਂ ਤੋਂ ਛੁਡਾਉਂਦਾ ਹੈ, ਉੱਥੇ ਉਹ ਅੰਤਰੀਵ ਜਿਹੜੇ ਰੂਹ ਨੂੰ, ਸਾਡੇ ਨੂੰ, ਆਤਮਾ ਨੂੰ ਬੰਧਨ ਪਏ ਆ ਕਰਮਾਂ ਦੇ, ਮੋਹ ਦੇ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬੀ ਵਾਲੇ। ਮੋਹ ਦੇ ਬੰਧਨ ਪਏ, ਕਾਮ ਦੇ ਬੰਧਨ ਪਏ, ਕ੍ਰੋਧ ਦੇ ਬੰਧਨ ਪਏ, ਕਿਸੇ ਨੂੰ ਲੋਭ ਦੇ ਬੰਧਨ ਪਏ ਆ, ਕਿਸੇ ਨੂੰ ਹਉਮੈ ਦੇ ਬੰਧਨ ਪਏ ਆ। ਉਹ ਜਿਹੜੇ ਬੰਧਨ ਪਏ ਹੋਏ ਨੇ ਉਹਨਾਂ ਤੋਂ ਛਡਾਉਣ ਵਾਲਾ ਕੇਵਲ ਸਤਿਗੁਰੂ ਪਰਮੇਸ਼ਰ ਹੈ। ਗੁਰ ਪਰਮੇਸ਼ਰ ਏਕੋ ਜਾਣ। ਤੇ ਜਿੱਥੇ ਇਹ ਬੰਧਨਾਂ ਤੋਂ ਛਡਾਉਂਦਾ ਹੈ, ਉੱਥੇ ਪ੍ਰਤੱਖ ਵੇਖੋ। ਜਦੋਂ ਏਮਨਾਬਾਦ ਦੀ ਧਰਤੀ ਤੇ ਬਾਬਰ ਨੇ, ਜਾਬਰ ਨੇ ਹਮਲਾ ਕੀਤਾ, ਗੁਰੂ ਨਾਨਕ ਨੂੰ ਬਾਬਰ ਦੇ ਸਿਪਾਹੀਆਂ ਨੇ ਕੈਦਖਾਨੇ ਵਿੱਚ ਲੈ ਕੇ ਗਏ ਨੇ। ਜਦੋਂ ਉਹਨਾਂ ਨੇ ਦੇਖਿਆ ਸਤਿਗੁਰੂ ਦੀ ਕਲਾ ਨੂੰ, ਚੱਕੀਆਂ ਆਪੀ ਚੱਲ ਰਹੀਆਂ, ਪੰਡ ਜਿਹੜੀ ਸੀ ਬੋਝ ਦੀ ਉਹ ਸੀਸ ਤੋਂ ਗਿੱਠ ਉੱਚੀ ਨਾਲ ਜਾ ਰਹੀ ਹੈ, ਉਹਨਾਂ ਨੇ ਜਾ ਕੇ ਬਾਬਰ ਨੂੰ ਗੱਲ ਦੱਸੀ ਹੈ। ਬਾਬਰ ਕੈਦਖਾਨੇ 'ਚ ਚੱਲ ਕੇ ਸਤਿਗੁਰੂ ਦੀ ਸ਼ਰਨ 'ਚ ਆਇਆ। ਸਿੱਖ ਇਤਿਹਾਸ ਜਨਮ ਸਾਖੀ ਦੇ ਕਰਤਾ ਲਿਖਦੇ ਆ ਕਿ ਬਾਬਰ ਕਹਿਣ ਲੱਗਿਆ, ਹੇ ਨਿਰੰਕਾਰ, ਹੇ ਗੁਰੂ ਨਾਨਕ, ਜੇ ਮੈਨੂੰ ਪਹਿਲੋਂ ਪਤਾ ਹੁੰਦਾ ਵੀ ਤੁਸੀਂ ਏਮਨਾਬਾਦ ਦੀ ਧਰਤੀ ਤੇ ਅੱਲਾ ਖੁਦਾ ਰਹਿੰਦਾ ਹੈ, ਮੈਂ ਕਦੇ ਵੀ ਏਮਨਾਬਾਦ ਦੀ ਧਰਤੀ ਤੇ ਹਮਲਾ ਨਾ ਕਰਦਾ। ਮੈਨੂੰ ਮਾਫ ਕਰ ਦਿਓ, ਮੇਰੀ ਖਤਾ ਜਿਹੜੀ ਹੋ ਗਈ ਬਖਸ਼ ਦਿਓ। ਤੁਸੀਂ ਖੁਦਾ ਹੋ, ਤੁਸੀਂ ਕਰੀਮ ਹੋ, ਬਖਸ਼ਿੰਦ ਹੋ, ਬਖਸ਼ ਦਿਓ ਮੈਨੂੰ। ਸਤਿਗੁਰੂ ਕਹਿਣ ਲੱਗੇ, ਐ ਜਾਬਰ, ਐ ਬਾਬਰ, ਜਿਹਨੇ ਤੇਰੇ ਨਾਲ ਜੰਗ ਕੀਤਾ ਉਹਨਾਂ ਨਾਲ ਤੈਂ ਜੰਗ ਕੀਤਾ, ਪਰ ਜਿਹੜੇ ਆ ਮਜਲੂਮ ਗਰੀਬ ਲੋਕ, ਸਾਧੂ ਲੋਕ ਤਾਂ ਕੈਦ ਵਿੱਚ ਪਾਏ ਨੇ। ਬਜ਼ੁਰਗ, ਮਾਈਆਂ, ਬੱਚੇ, ਬੀਬੀਆਂ, ਇਹਨਾਂ ਨੂੰ ਕੈਦ ਦੇ ਵਿੱਚ ਪਾ ਕੇ ਤੂੰ ਸਜ਼ਾਵਾਂ ਦੇ ਰਿਹਾ, ਇਹਨਾਂ ਦਾ ਕੀ ਕਸੂਰ ਹੈ? ਜੇ ਤੂੰ ਸਾਡੀ ਖੁਸ਼ੀ ਚਾਹੁੰਦਾ, ਭੁੱਲ ਬਖਸ਼ਾਉਣੀ ਚਾਹੁੰਦਾ, ਇਹ ਜਿੰਨੇ ਤੇਰੇ ਕੈਦ ਵਿੱਚ ਕੈਦੀ ਨੇ ਸਾਰਿਆਂ ਨੂੰ ਛੱਡ ਦੇ। ਧੰਨ ਗੁਰੂ ਨਾਨਕ ਗਰੀਬ ਨਿਵਾਸ ਸੱਚੀ ਸਰਕਾਰ ਨੇ, ਨਿਰੰਕਾਰ ਨੇ ਐਸੀ ਕਲਾ ਵਰਤਾਈ, ਬਾਬਰ ਤੋਂ ਸਾਰੇ ਕੈਦੀ ਕੈਦ ਵਿੱਚੋਂ ਛੁਡਾ ਦਿੱਤੇ। ਕਿਉਂਕਿ ਬੰਦੀ ਛੋੜ ਦਾਤੇ ਨੇ ਸਤਿਗੁਰੂ। ਜਦੋਂ ਸਤਿਗੁਰੂ ਦਾ ਇਤਿਹਾਸ ਪੜ੍ਹਦੇ ਹਾਂ, 6ਵੇਂ ਜਾਮੇ ਵਿੱਚ ਗਵਾਲੀਅਰ ਦਾ ਕਿਲਾ ਐਸਾ ਬਣਾਇਆ ਹੋਇਆ ਸੀ ਕਿ ਜਿਹੜੇ ਬਾਗੀ ਬਾਦਸ਼ਾਹ ਲੋਕ, ਬਾਗੀ ਲੋਕ, ਉਹਨਾਂ ਨੂੰ ਪਕੜ ਕੇ ਗਵਾਲੀਅਰ 'ਚ ਇੱਕ ਵਾਰ ਕੈਦ ਕਰ ਦਿੱਤਾ ਜਾਂਦਾ। ਗਵਾਲੀਅਰ 'ਚ ਜਿਹੜਾ ਕੈਦ ਹੋ ਜਾਂਦਾ ਉਹ ਜ਼ਿੰਦਗੀ 'ਚ ਮੁੜ ਕੇ ਵਾਪਸ ਨਹੀਂ ਸੀ ਆਉਂਦਾ ਬਾਹਰ। ਐਸੀ ਭਿਆਨਕ ਕੈਦ
ਨਾ ਖਲੋ ਸਕਦਾ ਮਨੁੱਖ ਚੱਜ ਨਾਲ, ਨਾ ਸੌਂ ਸਕਦਾ ਹੈ, ਨਾ ਉੱਥੇ ਸੂਰਜ ਦੀ ਕਿਰਨ ਵੇਖਣ ਨੂੰ ਮਿਲਦੀ। ਹਨੇਰੀਆਂ ਕੋਠੜੀਆਂ ਦੇ ਵਿੱਚ ਸੰਗਲਾਂ ਨਾਲ ਬੰਨੇ ਹੋਏ। ਇੱਥੋਂ ਤੱਕ ਇਤਿਹਾਸਕਾਰਾਂ ਨੇ ਲਿਖਿਆ ਵੀ ਸਰੀਰਾਂ ਦੇ ਇੰਨੇ ਬੁਰੇ ਹਾਲ, ਸਰੀਰ 'ਚ ਜੂਆਂ ਪਈਆਂ ਹੋਈਆਂ। ਜ਼ਿੰਦਗੀ ਦੇ ਵਿੱਚ ਆਸ ਮੁਕਾ ਦਿੱਤੀ ਸੀ ਵੀ ਕਦੇ ਹੁਣ ਸੂਰਜ ਦੀ ਕਿਰਨ ਵੀ ਦੇਖ ਲਵਾਂਗੇ, ਪਰ ਉਹ ਨਿਰੰਕਾਰ ਅੱਗੇ ਅਰਦਾਸਾਂ ਕਰਦੇ ਆ। ਸਤਿਗੁਰੂ ਛੇਵੇਂ ਪਾਤਸ਼ਾਹ ਗੁਰੂ ਨਾਨਕ ਦੇ ਛੇਵੇਂ ਜਾਮੇ, ਦਲ ਭੰਜਰ ਗੁਣ ਸੂਰਮਾ ਬੜ ਜੋਧਾ ਬਹੁ ਪਰਉਪਕਾਰੀ, ਬਹੁਤੇ ਪਰਉਪਕਾਰੀ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸੱਚੇ ਪਾਤਸ਼ਾਹ ਨੇ ਪੁਕਾਰ ਸੁਣੀ। ਕਿਉਂਕਿ ਨਿਰੰਕਾਰ ਤੇ ਸਤਿਗੁਰੂ 'ਚ ਕੋਈ ਫਰਕ ਨਹੀਂ ਨਾ ਹੈ। ਜਿਸ ਵੇਲੇ ਬਾਦਸ਼ਾਹ ਪੁੱਛਦਾ ਹੈ ਸਾਈਂ ਮੀਆਂ ਮੀਰ ਜੀ ਨੂੰ, ਸਾਈਂ ਜੀ ਖੁਦਾ ਵੇਖਿਆ? ਸਾਈਂ ਮੀਆਂ ਮੀਰ ਕਹਿਣ ਲੱਗੇ, ਹਾਂ ਬਾਦਸ਼ਾਹ, ਜਦੋਂ ਸਮਾਧੀ 'ਚ ਜਾਂਦੇ ਆ ਨਿਤਾ ਪ੍ਰਤੀ ਅਸੀਂ ਖੁਦਾ ਦੇ ਦਰ ਤੇ ਜਾਂਦੇ ਆ। ਜਦੋਂ ਖੁਦਾ ਦੇ ਦਰ ਦਾ ਬੂਹਾ ਖੁੱਲ੍ਹਦਾ ਹੈ, ਉਹਦੇ ਤਖਤ ਤੇ ਬੈਠੇ ਆ। ਜਿਨ੍ਹਾਂ ਨੂੰ ਤੂੰ ਗਵਾਲੀਅਰ ਦੇ ਕਿਲੇ 'ਚ ਕੈਦ ਕੀਤਾ ਹੈ, ਉਹ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਹੁੰਦੇ ਆ। ਕੋਈ ਹੋਰ ਖੁਦਾ ਨਹੀਂ ਹੈ, ਮੈਨੂੰ ਤਾਂ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਉਹ ਖੁਦਾ ਦੇ ਤਖਤ ਤੇ ਬੈਠਿਆਂ ਦੇ ਦੀਦਾਰ ਹੁੰਦੇ ਆ। ਬਾਦਸ਼ਾਹ ਐਸਾ ਪ੍ਰਭਾਵਿਤ ਹੋਇਆ ਸੁਣ ਕੇ, ਕਹਿਣ ਲੱਗਿਆ ਜੀ ਫਿਰ ਦੱਸੋ। ਸਾਈਂ ਜੀ ਕਹਿਣ ਲੱਗੇ ਤੂੰ ਸਤਿਗੁਰੂ ਨੂੰ ਕੈਦ ਵਿੱਚੋਂ ਛੱਡ। ਉਹ 52 ਰਾਜਿਆਂ ਦੀ ਪੁਕਾਰ ਸੁਣ ਕੇ ਸਤਿਗੁਰੂ ਬਹਾਨਾ ਬਣਾ ਕੇ ਕੈਦ ਵਿੱਚ ਗਏ ਸੀ। ਐਸੀ ਖੇਡ ਵਰਤਾਈ, ਕੌਤਕ ਵਰਤਾਇਆ, ਲੰਮੇਰਾ ਇਤਿਹਾਸ ਆ, ਸੰਖੇਪ ਬੇਨਤੀ ਕਰਾਂ। ਜਦੋਂ ਸਤਿਗੁਰੂ ਜੀ ਨੂੰ ਛੱਡਣ ਦਾ ਪਰਵਾਨਾ ਆਇਆ, ਸਤਿਗੁਰੂ ਕਹਿੰਦੇ ਭਾਈ ਅਸੀਂ ਨਹੀਂ ਉਹਨਾਂ ਚਿਰ ਜਾਣਾ ਜਿੰਨਾ ਚਿਰ ਜਿੰਨੇ ਇੱਥੇ ਕੈਦੀ ਆ ਸਾਰੇ ਨਹੀਂ ਛੱਡਦੇ। ਹੈ ਕੋਈ ਦੁਨੀਆ ਦੇ ਵਿੱਚ ਐਸਾ ਜਿਹੜਾ ਕਹੇ ਉਹਨਾਂ ਚਿਰ ਮੈਂ ਕੈਦ ਚੋਂ ਨਹੀਂ ਜਾਣਾ, ਸਾਰੇ ਕੈਦੀ ਛੱਡ ਦਿਓ ਜਿੰਨਾ ਚਿਰ? ਬਾਦਸ਼ਾਹ ਨੇ ਬਹਾਨਾ ਵੀ ਬਣਾਇਆ ਵੀ ਜਿੰਨੇ ਤੁਹਾਡੇ ਚੋਗੇ ਦੀਆਂ ਕਲੀਆਂ ਨੂੰ ਫੜ ਕੇ ਬਾਹਰ ਆ ਜਾਣਗੇ ਉਹਨਿਆਂ ਨੂੰ ਛੱਡ ਦਿਆਂਗੇ। ਸਿੱਖ ਇਤਿਹਾਸ ਕਹਿੰਦਾ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ 52 ਕਲੀਆਂ ਵਾਲਾ ਚੋਲਾ ਬਣਾਇਆ, ਜਿਹੜਾ ਅੱਜ ਵੀ ਕਢਾਣੀ ਪਿੰਡ ਦੇ ਵਿੱਚ ਦਰਸ਼ਨ ਹੁੰਦੇ ਆ। ਇੱਕ ਇੱਕ ਕਲੀ ਚੋਲੇ ਦੀ ਸਾਰਿਆਂ ਨੂੰ ਫੜਾਈ ਹੈ, ਕਿਉਂਕਿ ਜਿਤੇ ਸ਼ਰਨੇ ਆਏ ਹੈ ਤਿਤੇ ਰਾਖ ਲਏ ਹੈ। ਉਹ ਬੰਦੀ ਛੋੜ ਦਾਤੇ, ਦੁਖਦਾਰੀ, ਦੁੱਖਾਂ ਨੂੰ ਕੱਟਣ ਵਾਲੇ ਦਾਤੇ, ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜਦੋਂ ਚੱਲਣ ਲੱਗੇ ਪਿੱਛੋਂ ਆਵਾਜ਼ ਆਈ, ਮਹਾਰਾਜ ਇੱਕ ਐਸਾ ਡਾਕੂ ਜਿਹਨੂੰ ਉਮਰ ਕੈਦ ਦੀ ਸਜ਼ਾ ਹੋਈ ਵੀ ਆ, ਜਿਹਨੂੰ ਛੁੱਟਣ ਦੀ ਆਸ ਹੀ ਨਹੀਂ, ਇੱਕ ਉਹ ਵੀ ਰਹਿ ਗਿਆ। ਮਹਾਰਾਜ ਸੱਚੇ ਪਾਤਸ਼ਾਹ ਨੇ ਚੋਲੇ ਨੂੰ ਬੰਨਣ ਵਾਲੀ ਜਿਹੜੀ ਤਣੀ ਸੀ ਉਹ ਵੀ ਖੋਲ ਦਿੱਤੀ। ਮਹਾਰਾਜ ਕਹਿੰਦੇ ਭਾਈ ਤੈਨੂੰ ਵੀ ਨਹੀਂ ਛੱਡਣਾ, ਆ ਜਾ ਤੂੰ ਵੀ ਇਹ ਤਣੀ ਨੂੰ ਫੜ ਕੇ ਬਾਹਰ ਆ ਜਾ। ਮਹਾਰਾਜ ਗਵਾਲੀਅਰ ਦੇ ਕਿਲੇ ਵਿੱਚੋਂ ਇਕੱਲੇ ਨਹੀਂ ਉਹਨਾਂ 52 ਕੈਦੀਆਂ ਨੂੰ ਛੁਡਾ ਕੇ ਬੰਦੀ ਛੋੜ ਦਾਤੇ ਕਹਾਏ, ਉਹਨਾਂ ਨੂੰ ਮੁਕਤ ਕਰਾਇਆ, ਜਿਨ੍ਹਾਂ ਨੂੰ ਕਦੇ ਆਸ ਨਹੀਂ ਸੀ ਵੀ ਅਸੀਂ ਕੈਦ ਵਿੱਚੋਂ ਛੁੱਟ ਜਾਵਾਂਗੇ। ਇੱਥੇ ਵਸ ਨਹੀਂ, ਔਰੰਗਜ਼ੇਬ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਦੇ ਕੀਤੇ ਹੋਏ ਕਰਮਾਂ ਦੀ ਸਜ਼ਾ ਦੇਣ ਲਈ ਜ਼ਫਰਨਾਮਾ ਭੇਜਿਆ। ਜ਼ਫਰਨਾਮੇ ਨੂੰ ਪੜ੍ਹ ਕੇ ਔਰੰਗਜ਼ੇਬ ਦੀ ਰੂਹ ਐਸੀ ਕੰਬੇ, ਅੰਤ ਨੂੰ ਪਹੁੰਚ ਗਿਆ। ਮਹਾਰਾਜ ਨੇ ਬਹਾਦਰ ਸ਼ਾਹ ਨੂੰ ਗੱਦੀ ਦਵਾਈ ਹੈ। ਕਲੰਗੀਧਰ ਪਾਤਸ਼ਾਹ ਨੇ ਬਹਾਦਰ ਸ਼ਾਹ ਨੂੰ ਜਦੋਂ ਗੱਦੀ ਤੇ ਬਿਠਾਇਆ, ਸਿੱਖ ਇਤਿਹਾਸ ਕਹਿੰਦਾ ਬਹਾਦਰ ਸ਼ਾਹ ਨੇ ਬੇਨਤੀ ਕੀਤੀ, ਮਹਾਰਾਜ ਮੈਨੂੰ ਕੋਈ ਸੇਵਾ ਬਖਸ਼ੋ। ਜਿੱਥੇ ਮਹਾਰਾਜ ਨੇ ਹੋਰ ਹੁਕਮ ਕੀਤੇ ਸੀ, ਉੱਥੇ ਇੱਕ ਹੁਕਮ ਇਹ ਵੀ ਕੀਤਾ ਸੀ ਵੀ ਔਰੰਗਜ਼ੇਬ ਨੇ ਜਿੰਨੇ ਕੈਦੀ ਕੈਦ ਚ ਪਾਏ ਆ, ਇਹ ਬਹਾਦਰ ਸ਼ਾਹ ਸਾਰਿਆਂ ਦੀ ਮੁਕਤੀ ਕਰ ਦੇ। ਕਲੰਗੀਧਰ ਪਾਤਸ਼ਾਹ ਨੇ, ਕਲੰਗੀਆਂ ਵਾਲੇ ਸੱਚੇ ਸਰਕਾਰ ਨੇ ਉਹ ਸਾਰਿਆਂ ਨੂੰ ਕੈਦ ਚੋਂ ਛੁਡਾ ਕੇ ਉਹਨਾਂ ਨੂੰ ਮੁਕਤੀ ਦੀ ਦਾਤ ਦਿੱਤੀ। ਇੱਥੇ ਬਸ ਨਹੀਂ, ਜੇ ਸਰੀਰ ਕਰਕੇ ਸਤਿਗੁਰੂ ਚਲੇ ਗਏ, ਨਾਂਦੇੜ ਦੀ ਧਰਤੀ ਤੇ ਮੇਰੇ ਸੱਚੇ ਪਾਤਸ਼ਾਹ ਨੇ ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਦਿੱਤਾ, ਆਗਿਆ ਭਈ ਅਕਾਲ ਕੇ
ਤਬੈ ਚਲਾਇਓ ਪੰਥ। ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਜੋਤੀ ਜੋਤ ਸਮਾ ਗਏ, ਗੁਰੂ ਗ੍ਰੰਥ ਸਾਹਿਬ ਜੀ ਚ ਸਮਾਏ ਹੈ। ਕਿ ਇੱਧਰ ਪੂਨੇ ਸਤਾਰੇ ਦੀ ਜੇਲ੍ਹ ਵਿੱਚ ਦੋਵੇਂ ਭਰਾ ਬਾਲਾ ਰਾਓ ਤੇ ਰੁਸਤਮ ਰਾਓ ਰਾਜੇ ਸਤਿਗੁਰਾਂ ਨੂੰ ਯਾਦ ਕਰ ਰਹੇ ਆ। ਮਹਾਰਾਜ ਤੁਸੀਂ ਜਿਵੇਂ ਗਵਾਲੀਅਰ ਦੇ ਕਿਲੇ ਚੋਂ ਰਾਜਿਆਂ ਨੂੰ ਛੁਡਾਇਆ, ਅੱਜ ਸਾਨੂੰ ਵੀ ਮੁਕਤੀ ਦੀ ਦਾਤ ਦਿਓ। ਤਾਂ ਮਹਾਰਾਜ ਨੇ ਜੋਤੀ ਜੋਤ ਸਮਾਉਣ ਤੋਂ ਬਾਅਦ ਵਿੱਚ ਉਹ ਪੂਨੇ ਸਤਾਰੇ ਦੀ ਜੇਲ੍ਹ ਵਿੱਚੋਂ ਮਹਾਰਾਜ ਨੇ ਸਾਖਿਆਤ ਰੂਪ ਚ ਪ੍ਰਗਟ ਹੋ ਕੇ ਉਹ ਦੋਵੇਂ ਰਾਜਿਆਂ ਦੀ ਕੈਦ ਵਿੱਚੋਂ ਬੰਦ ਖਲਾਸੀ ਕੀਤੀ, ਬੰਦੀ ਛੋੜ ਕਹਾਏ। ਐ ਨਿਰੰਕਾਰ, ਐ ਨਿਰਾਕਾਰ ਪਰਮੇਸ਼ਰ ਵਾਹਿਗੁਰੂ, ਤੂੰ ਗਈ ਹੋਈ ਅਵਸਥਾ ਨੂੰ ਦੇਣ ਵਾਲਾ, ਮੋੜ ਕੇ ਤੂੰ ਬੰਧਨਾਂ ਵਿੱਚੋਂ ਮੁਕਤ ਕਰਨ ਵਾਲਾ ਹੈ। ਤੂੰ ਕਿਰਪਾ ਕਰਨ ਵਾਲਾ, ਦੁੱਖਦਾਰੀ, ਦੁੱਖਾਂ ਨੂੰ ਦਾਰੀ ਕੱਟਣ ਵਾਲਾ ਹੈ, ਦੁੱਖ ਮੇਟਣ ਵਾਲਾ ਹੈ। ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ। ਜਿਨ੍ਹਾਂ ਸਰੀਰਾਂ 'ਚ ਘਰਾਂ 'ਚ ਦੁੱਖਾਂ ਦੇ ਡੇਰੇ ਲੱਗੇ ਹੋਏ ਨੇ, ਜੇ ਆ ਵਾਹਿਗੁਰੂ ਤੇਰਾ ਕੋਈ ਨਾਮ ਜਪ ਲਵੇ, ਤੇਰੀ ਸ਼ਰਨ ਲੈ ਲਵੇ, ਉਥੋਂ ਦੁੱਖਾਂ ਦਾ ਡੇਰਾ ਭੰਨਿਆ ਜਾਂਦਾ, ਖਤਮ ਹੋ ਜਾਂਦਾ ਹੈ। ਕਰਮ ਨ ਜਾਣਾ ਧਰਮ ਨ ਜਾਣਾ। ਵਾਹਿਗੁਰੂ ਜੀ ਮੇਰੀ ਹਾਲਤ ਐਸੀ ਆ ਵੀ ਮੈਂ ਕੋਈ ਚੰਗਾ ਕਰਮ ਕਰਨਾ ਨਹੀਂ ਜਾਣਦਾ, ਕਿਉਂਕਿ ਕੀਤੇ ਹੋਏ ਕਰਮਾਂ ਕਰਕੇ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ। ਮੈਂ ਮਾੜੇ ਕਰਮਾਂ ਕਰਕੇ ਤੇ ਇੱਥੋਂ ਦੂਰ ਹੋ ਗਿਆ। ਮੈਨੂੰ ਨਾ ਜਪ, ਨਾ ਤਪ, ਨਾ ਸੰਜਮ। ਮਹਾਰਾਜ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ। ਮਹਾਰਾਜ ਨੀਚ ਕਰਮ ਨੇ ਕਿਹੜੇ ਨੇ? ਉਹ ਭਾਈ ਗੁਰਦਾਸ ਜੀ ਨੇ ਗਿਣ ਕੇ ਦੱਸਿਆ। ਹਾਂ ਅਪਰਾਧੀ ਗੁਨਾਹਗਾਰ, ਹਾਂ ਬੇਮੁਖ ਮੰਦਾ, ਚੋਰ ਜਾਰ ਜੁਆਰ, ਹਾਂ ਪਰ ਘਰ ਜੋ ਹੰਦਾ, ਨਿੰਦਕ ਦੁਸ਼ਟ ਹਰਾਮ ਖੋਰ, ਠੱਗ ਦੇਸ਼ ਠਗੰਦਾ, ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ, ਵਿਸਾਸ ਘਾਤੀ ਅਕਿਰਤ ਘਾਣਾ, ਮੈਂ ਕੋ ਨਾ ਰਖੰਦਾ। ਇੰਨੇ ਮਾੜੇ ਕਰਮ ਨੇ, ਮੈਨੂੰ ਕਿਤੇ ਢੋਈ ਨਹੀਂ ਮਿਲਦੀ, ਮੈਨੂੰ ਕੋਈ ਨੇੜੇ ਨਹੀਂ ਆਉਣ ਦਿੰਦਾ। ਪਰ ਸਤਿਗੁਰੂ ਮੈਂ ਸੱਚੀ ਸੋਏ ਸੁਣੀ ਹੈ, ਸੱਚੀ ਸੋਭਾ ਸੁਣੀ ਹੈ ਵੀ ਤੂੰ ਮੇਰੇ ਵਰਗੇ ਪਾਪੀਆਂ ਨੂੰ ਵੀ ਸ਼ਰਨ ਵਿੱਚ ਬਖਸ਼ ਦਿੰਦਾ। ਸਮਨ ਮਰੀਦਾ ਢਾਡੀਆ ਸਤਿਗੁਰ ਬਖਸ਼ਣ ਦਾ। ਸਾਰੇ ਦੁਆਰੇ ਛੱਡ ਕੇ ਮੈਂ ਤੇਰੀ ਸ਼ਰਨ 'ਚ ਆਇਆ। ਮੈਨੂੰ ਕਰਮ ਦਾ ਮਹਾਰਾਜ ਗਤੀ ਨਹੀਂ ਪਤਾ, ਮੇਰੇ ਮਾੜੇ ਕਰਮ ਨੇ, ਮੈਨੂੰ ਚੰਗੇ ਕਰਮ ਕਰਨ ਦੀ ਸੋਝੀ ਨਹੀਂ ਹੈ। ਧਰਮ ਨਾ ਜਾਣਾ। ਜਿਸ ਧਰਮ ਦੇ ਆਸਰੇ ਸਾਰੀ ਧਰਤੀ ਖੜੀ ਹੈ, ਧੌਲ ਧਰਮ, ਉਹ ਧਰਮ ਕਮਾਉਣ ਦੀ ਜਾਚ ਨਹੀਂ ਹੈ। ਖੇਮਾ ਅਹਿੰਸਾ ਦਇਆ ਮਰਿਦ ਸਤ ਬਚਨ ਤਪ ਦਾਨ, ਸੀਲ ਸੌਚ ਤ੍ਰਿਸ਼ਨਾ ਬਿਨਾ, ਧਰਮ ਲਿੰਗ 10 ਜਾਣ। ਇਹ ਧਰਮ ਦੇ 10 ਚਿੰਨ੍ਹ ਨੇ, 10 ਨਿਸ਼ਾਨੀਆਂ ਨੇ। ਇਹਨਾਂ ਚੋਂ 10 ਚੋਂ ਇੱਕ ਵੀ ਮੇਰੇ 'ਚ ਨਹੀਂ ਹੈ। ਨਾ ਮੈਂ ਅੰਮ੍ਰਿਤ ਵੇਲੇ ਉੱਠਦਾ ਮਹਾਰਾਜ, ਨਾ ਕੋਈ ਸੇਵਾ ਹੈ, ਨਾ ਕੋਈ ਸਿਮਰਨ ਹੈ। ਮੈਂ ਇਹ ਕਰਮ ਧਰਮ ਵੀ ਨਹੀਂ ਜਾਣਦਾ। ਲੋਭੀ ਮਾਇਆ ਧਾਰੀ। ਮੇਰਾ ਜੀਵਨ ਤਾਂ ਮਹਾਰਾਜ ਲੋਭੀ ਲਾਲਚੀ ਹੋਇਆ ਹੈ। ਹਰ ਸਮੇਂ ਮਾਇਆ ਦੇ ਵਿੱਚ ਹੀ ਮੇਰੀ ਸੁਰਤ ਲੱਗੀ ਰਹਿੰਦੀ ਆ। ਮਾਇਆ ਧਾਰੀ ਦੀ ਅਵਸਥਾ ਕੀ ਕਹੀ ਹੈ? ਮਾਇਆ ਧਾਰੀ ਅਤ ਅੰਨਾ ਬੋਲਾ। ਮਾਇਆ ਧਾਰੀ ਕੌਣ ਹੈ? ਮਾਇਆ ਧਾਰੀ ਅਤ ਅੰਨਾ ਬੋਲਾ। ਸ਼ਬਦ ਨਾ ਸੁਣਈ ਬਹੁ ਰੋਲ ਕਚੋਲਾ। ਉਹ ਕਿਸੇ ਦੂਸਰੇ ਦੀ ਨਾ ਗੱਲ ਸੁਣ ਕੇ ਰਾਜੀ ਹੈ, ਨਾ ਹੀ ਸੁਣਦਾ। ਉਹਨੂੰ ਦੂਜਾ ਬੰਦਾ ਆਪਣੇ ਬਰਾਬਰ ਨਾ ਦਿਖਾਈ ਦਿੰਦਾ, ਦੂਜਿਆਂ ਨੂੰ ਤਾਂ ਕੀੜੇ ਮਕੌੜੇ ਸਮਝਦਾ ਹੈ। ਮਹਾਰਾਜ ਮੈਂ ਐਸਾ ਲੋਭੀ ਲਾਲਚੀ ਮਾਇਆ ਦੇ ਵਿੱਚ ਹੰਕਾਰੀ ਹੋਇਆ। ਨਾਮ ਪਰਿਉ ਭਗਤ ਗੋਵਿੰਦ ਕਾ। ਪਰ ਮੇਰੇ ਲਿਵਾਸ ਨੂੰ ਵੇਖ ਕੇ ਲੋਕ ਮੈਨੂੰ ਤੇਰਾ ਭਗਤ ਕਹਿੰਦੇ ਆ। ਲੋਕ ਕਹਿੰਦੇ ਵੀ ਇਹ ਬੜੇ ਧਰਮ ਦੇ ਕੰਮ ਕਰਦਾ ਹੈ, ਬੜਾ ਇਹਦਾ ਧਰਮੀ ਬੰਦਿਆਂ ਵਾਲਾ ਲਿਵਾਸ ਹੈ, ਧਰਮੀਆਂ ਦੇ ਵਿੱਚ ਉੱਠਣਾ ਬੈਠਣਾ ਹੈ। ਕਈ ਵਾਰੀ ਮਨੁੱਖ ਆਪਣੇ ਪਾਪ ਛੁਪਾਉਣ ਲਈ ਵੀ ਧਰਮੀਆਂ ਦੀ ਸੰਗਤ ਕਰਨ ਲੱਗ ਜਾਂਦਾ ਹੈ। ਕਈ ਵਾਰੀ ਪਾਪ ਛੁਪਾਉਣ ਲਈ ਵੀ ਮੈਨੂੰ ਕੋਈ ਮਾੜਾ ਨਾ ਕਵੇ, ਮੇਰੇ ਪਾਪ ਪਤਾ ਨਾ ਲੱਗ ਜਾਣ, ਧਰਮ ਦਾ ਲਿਵਾਸ ਪਾ ਲੈਂਦਾ, ਜਿਵੇਂ ਸੱਜਣ ਠੱਗ ਨੇ ਪਾਇਆ ਸੀ। ਕਰਮ ਕਿਹੋ ਜਿਹੇ ਸੀ? ਮਨੁੱਖਾਂ ਨੂੰ ਮਾਰਦਾ ਸੀ, ਪਰ ਲਿਵਾਸ ਸੱਜਣ ਵਾਲਾ। ਮਹਾਰਾਜ
ਮੇਰਾ ਐਸਾ ਜੀਵਨ ਬੇਅਰਥ ਜਾ ਰਿਹਾ ਇਹ ਹੈ। ਰਾਖੋ ਪੈਜ ਤੁਮਾਰੀ। ਪਰ ਹੁਣ ਲੋਕ ਤੇਰਾ ਭਗਤ ਕਹਿੰਦੇ ਆ ਮਹਾਰਾਜ, ਇਹ ਪੈਜ ਰੱਖੋ, ਤੁਹਾਡਾ ਬਿਰਦ ਦੀ, ਤੁਹਾਡੇ ਦੀ ਲਾਜ ਹੈ। ਜਿਵੇਂ ਭਗਤ ਜੀ ਨੇ ਕਿਹਾ, ਨਿਰਪ ਕੰਨਿਆ ਕੇ ਕਾਰਨ ਇੱਕ ਭਇਆ ਭੇਖ ਧਾਰੀ, ਕਾਮਾਰਥੀ ਸਵਾਰਥੀ ਵਾਕੀ ਪੈਜ ਸਵਾਰੀ। ਜਿਵੇਂ ਉਹ ਕਾਮੀ ਜਿਹਨੇ ਤੁਹਾਡਾ ਭੇਖ ਮਨਾਇਆ ਵਾਹਿਗੁਰੂ, ਤੁਸੀਂ ਉਹਦੇ ਬਿਰਦ ਦੀ ਲਾਜ ਰੱਖੀ, ਉਹਨੇ ਤੁਹਾਡਾ ਭੇਖ ਮਨਾਇਆ ਸੀ, ਉਹਨੂੰ ਤੁਸੀਂ ਢਹਿਣ ਨਹੀਂ ਦਿੱਤਾ, ਸੰਸਾਰ ਦੇ ਵਿੱਚ ਉਹਦੀ ਪਿੱਠ ਨਹੀਂ ਲੱਗਣ ਦਿੱਤੀ, ਤੁਸੀਂ ਉਹਦਾ ਕਾਰਜ ਸਵਾਰਿਆ। ਮਹਾਰਾਜ ਉਵੇਂ ਬਿਰਦ ਦੀ ਲਾਜ ਰੱਖੋ, ਮੇਰੇ ਤੇ ਵੀ ਕਿਰਪਾ ਕਰੋ। ਹਰ ਜੀਉ ਨਿਮਾਣਿਆ ਤੂੰ ਮਾਣ। ਕਿਉਂਕਿ ਵਾਹਿਗੁਰੂ ਤੂੰ ਨਿਮਾਣਿਆਂ ਨੂੰ ਮਾਣ ਦਿੰਨਾ, ਐਸੀ ਲਾਲ ਤੁਝ ਬਿਨ ਕੌਣ ਕਰੈ। ਗਰੀਬ ਨਵਾਜ ਗੁਸਈਆ ਮੇਰਾ, ਮਾਥਾ ਹੈ ਛਤਰ ਧਰੈ। ਜਾ ਕੀ ਛੋਤ ਜਗਤ ਕੋ ਲਾਗੈ, ਤਾ ਪਰ ਤੂੰ ਹੀ ਧਰੈ। ਭਗਤ ਰਵਿਦਾਸ ਜੀ ਕਹਿੰਦੇ, ਹੈ ਵਾਹਿਗੁਰੂ ਐਸੀ ਲਾਲ ਤਾਂ ਇੱਥੋਂ ਬਿਨਾਂ ਕੌਣ ਕਰ ਸਕਦਾ। ਜਿਸ ਵੇਲੇ ਕਾਂਸੀ ਦੇ ਰਾਜੇ ਦੀ ਘਰਵਾਲੀ ਭਗਤ ਜੀ ਦੀ ਸੇਵਕ ਹੋ ਗਈ, ਤਾਂ ਉੱਥੋਂ ਦੇ ਬ੍ਰਾਹਮਣਾਂ ਨੇ ਰਾਜੇ ਨੂੰ ਚੁੱਕ ਦਿੱਤਾ। ਉਹ ਬ੍ਰਾਹਮਣਾਂ ਦੇ ਕਹੇ ਹੋਏ ਭਗਤ ਜੀ ਨੇ ਜਦੋਂ ਰਾਣੀ ਨੂੰ ਆਪਣਾ ਚਰਨਾਮਰਤ ਛਕਾਇਆ, ਤਾਂ ਉਹ ਖਿਝ ਗਏ। ਆਪਣੀ ਰਾਣੀ ਦੇ ਨਾਲ ਖਫਾ ਹੋਇਆ ਰਾਜਾ। ਮੈਂ ਸੰਖੇਪ ਵਿੱਚ ਬੇਨਤੀ ਕਰਾਂ, ਰਾਣੀ ਦੇ ਕਹਿਣ ਤੇ ਜਿਸ ਵੇਲੇ ਪ੍ਰਸ਼ਾਦਾ ਰੱਖਿਆ, ਉਸ ਵੇਲੇ ਉਹ ਬ੍ਰਾਹਮਣ ਕਹਿਣ ਲੱਗੇ ਵੀ ਪ੍ਰਸ਼ਾਦਾ ਸਾਨੂੰ ਪਹਿਲੋਂ ਛਕਾਓ, ਇਹ ਰਵਿਦਾਸ ਨੂੰ ਨਾ ਛਕਾਓ। ਭਗਤ ਰਵਿਦਾਸ ਜੀ ਨੂੰ ਪੰਗਤ ਚੋਂ ਬਾਹਰ ਕੱਢ ਦਿੱਤਾ ਨਿਰਾਦਰ ਕਰਕੇ। ਪਰ ਪਰਮੇਸ਼ਰ ਦੀ ਕਲਾ ਐਸੀ ਵਰਤੀ, ਜਿਸ ਵੇਲੇ ਭੋਜਨ ਛਕਣ ਲੱਗੇ ਐ, ਉਹ ਕੀ ਵੇਖਦੇ ਆ ਵੀ ਹਰ ਕਿਸੇ ਨਾਲ ਦੋਵੇਂ ਪਾਸੇ ਭਗਤ ਰਵਿਦਾਸ ਬੈਠਾ ਦਿਖਾਈ ਦਿੰਦਾ। ਸਾਰੇ ਹੈਰਾਨ ਹੋ ਗਏ। ਸਾਰਿਆਂ ਨੇ ਫਿਰ ਉੱਥੇ ਹੱਥ ਜੋੜੇ, ਆ ਭਗਤ ਰਵਿਦਾਸ ਸਾਥੋਂ ਭੁੱਲ ਹੋ ਗਈ, ਤੂੰ ਪਹਿਲੋਂ ਸਾਡੇ ਨਾਲ ਪੰਗਤ 'ਚ ਬੈਠ ਕੇ ਭੋਜਨ ਛਕ। ਖਿਮਾ ਮੰਗੀ, ਉਹ ਰਾਜਾ ਵੀ ਚਰਨੀ ਪਿਆ। ਉਸ ਵੇਲੇ ਭਗਤ ਜੀ ਨੇ ਸ਼ਬਦ ਉਚਾਰਿਆ ਸੀ, ਐਸੀ ਲਾਲ ਤੁਝ ਬਿਨ ਕੌਣ ਕਰੈ। ਗਰੀਬ ਨਵਾਜ ਗੁਸਈਆ ਮੇਰਾ, ਮਾਥਾ ਛਤਰ ਧਰੈ। ਜਾ ਕੀ ਛੋਤ ਜਗਤ ਕੋ ਲਾਗੈ, ਤਾ ਪਰ ਤੂੰ ਹੀ ਧਰੈ। ਭਗਤ ਜੀ ਕਹਿੰਦੇ, ਨਾਮਦੇਵ ਕਬੀਰ ਤਰਲੋਚਨ ਸਦਨਾ ਸੈਨ ਤਰੈ। ਕਹੋ ਕਬੀਰ ਸੁਨੋ ਰੇ ਸੰਤੋ, ਕਹੋ ਰਵਿਦਾਸ ਸੁਨੋ ਰੇ ਸੰਤੋ, ਹਰ ਜੀਉ ਤੇ ਸਭੈ ਸਰੈ। ਉਹ ਵਾਹਿਗੁਰੂ ਸਰਬ ਕਲਾ ਸਮਰੱਥ ਹੈ। ਇਹ ਵਾਹਿਗੁਰੂ ਤੂੰ ਨਿਮਾਣਿਆਂ ਨੂੰ ਮਾਣ ਦਿੰਨਾ। ਨਿਚੀਜਿਆ ਚੀਜ਼ ਕਰੇ ਮੇਰਾ ਗੋਬਿੰਦ। ਇਹ ਧਰਤੀ ਦੀ ਪਾਲਣਾ ਕਰਨ ਵਾਲੇ ਗੋਬਿੰਦ ਪਰਮੇਸ਼ਰ, ਜਿਨ੍ਹਾਂ ਨੂੰ ਕੋਈ ਮਨੁੱਖ ਸਮਝਦਾ ਨਹੀਂ ਵੀ ਇਹ ਨਚੀਜ ਹੈ, ਇਹ ਕਿਸੇ ਕੰਮ ਆਉਣ ਵਾਲਾ ਨਹੀਂ, ਇਹਨੂੰ ਨੇੜੇ ਨਾ ਲੱਗਣ ਦਿਓ। ਉਹ ਨਚੀਜਿਆਂ ਨੂੰ ਤੂੰ ਚੀਜ਼ ਕਰ ਦਿੰਨਾ, ਉਹਨਾਂ ਨੂੰ ਮਾਣ ਦੇ ਕੇ ਤੂੰ ਸਤਕਾਰ ਦੇ ਦਿੰਨਾ, ਸਤਕਾਰਯੋਗ ਦੇ ਪਦਵੀ ਤੇ ਬਿਠਾ ਦਿੰਨਾ। ਤੇਰੀ ਕੁਦਰਤ ਕਉ ਕੁਰਬਾਨ। ਤੇਰੀ ਐਸੀ ਜਿਹੜੀ ਕੁਦਰਤ ਹੈ, ਐਸੀ ਜਿਹੜੀ ਸ਼ਕਤੀ, ਉਹ ਤੋਂ ਮੈਂ ਕੁਰਬਾਨ ਜਾਂਦਾ, ਬਲਿਹਾਰ ਜਾਂਦਾ। ਰਹਾਉ ਵਿਸਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ, ਜੈਸਾ ਬਾਲਕ ਭਾਏ ਸੁਭਾਈ। ਜਿਵੇਂ ਬਾਲਕ ਦਾ ਸੁਭਾਅ ਹੁੰਦਾ ਹੈ, ਬਚਪਨ ਦੇ ਵਿੱਚ ਜਿਹੜਾ ਬਾਲਕ ਹੈ ਲੱਖ ਅਪਰਾਧ ਕਮਾਵਾ। ਅਨੇਕਾਂ ਗਲਤੀਆਂ ਕਰਦਾ, ਅਨੇਕਾਂ ਭੁੱਲਾਂ ਕਰਦਾ, ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨ ਰਾਖਸ ਦੇਤੇ। ਬੱਚਾ ਕਈ ਵਾਰ ਮਾਪਿਆਂ ਨੂੰ ਐਸੇ ਕਬੋਲ ਵੀ ਬੋਲ ਦਿੰਦਾ ਹੈ, ਐਸੇ ਮਾੜੇ ਬਚਨ ਵੀ ਬੋਲ ਦਿੰਦਾ, ਐਸੀਆਂ ਗਲਤੀਆਂ ਵੀ ਕਰ ਦਿੰਦਾ ਹੈ। ਕਾਰਿ ਉਪਦੇਸ਼ ਝਿੜਕੇ ਬਹੁ ਭਾਤੇ। ਪਰ ਜਿਹੜੇ ਮਾਤਾ ਪਿਤਾ ਨੇ ਉਹ ਬੱਚੇ ਦਾ ਤਿਰਸਕਾਰ ਨਹੀਂ ਕਰਦੇ, ਉਹ ਬੱਚੇ ਨੂੰ ਉਪਦੇਸ਼ ਦਿੰਦੇ ਆ। ਜੇ ਭਾਵੇਂ ਝਿੜਕਦੇ ਆ, ਪਰ ਝਿੜਕ ਕੇ ਫੇਰ ਕੀ ਕਰਦੇ ਆ। ਬਾਹੁੜ ਪਿਤਾ ਗਲ ਲਾਵੈ। ਸਤਿਗੁਰੂ ਜੀ ਉਹ ਫਿਰ ਪਿਤਾ ਝਿੜਕ ਕੇ ਉਪਦੇਸ਼ ਦੇ ਕੇ ਸਮਝਾ ਕੇ ਆਪਣੇ ਬਾਲਕ ਨੂੰ, ਬੱਚੇ ਨੂੰ ਫੇਰ ਗਲੇ ਲਾ ਲੈਂਦਾ ਹੈ। ਆਪਣੇ ਗਲੇ ਨਾਲ ਲਾ ਕੇ ਉਹਦਾ ਬੱਚੇ ਦਾ ਜਿਹੜਾ ਗੁੱਸਾ ਉਹ ਸ਼ਾਂਤ ਕਰ ਦਿੰਦਾ ਹੈ। ਐ ਸਤਿਗੁਰੂ ਜਿਵੇਂ ਉਹ ਬਾਲਕ ਅਨੇਕਾਂ ਗਲਤੀਆਂ ਕਰਦਾ ਹੈ। ਪਿਛਲੇ ਔਗਣ ਬਖਸ਼ ਲਏ ਪ੍ਰਭ। ਐ ਵਾਹਿਗੁਰੂ ਮੈਂ ਵੀ ਤੇਰਾ ਬਾਲਕ ਹਾਂ,
ਸੋ ਤਾਂ ਅਪਰਾਧ ਕਰਤ ਹੈ ਜੇਤੇ, ਜਨਨੀ ਚੇਤ ਨ ਰਾਖਸ ਤੇਤੇ। ਮਹਾਰਾਜ ਜਿਹੜੇ ਮੇਰੇ ਪਿਛਲੇ ਔਗਣ ਕੀਤੇ ਆ ਉਹ ਕਿਰਪਾ ਕਰਕੇ ਤੁਸੀਂ ਬਖਸ਼ ਲਓ, ਮਿਹਰ ਕਰਕੇ ਮੇਰੀਆਂ ਜਿਹੜੀਆਂ ਭੁੱਲਾਂ ਨੇ ਉਹਨਾਂ ਨੂੰ ਮਾਫ ਕਰ ਦਿਓ। ਆਗੈ ਮਾਰਗ ਪਾਵੈ, ਜਿਵੇਂ ਪਿਤਾ ਫਿਰ ਝਿੜਕ ਕੇ ਉਪਦੇਸ਼ ਦੇ ਕੇ ਗਲੇ ਲਾ ਲੈਂਦਾ, ਮਹਾਰਾਜ ਮੈਨੂੰ ਵੀ ਗਲੇ ਲਾ ਲਓ, ਅੱਗੇ ਮਾਰਗ ਪਾ ਦਿਓ। ਐਸੀ ਕਿਰਪਾ ਕਰੋ, ਮੈਨੂੰ ਆਪਣੀ ਪ੍ਰਾਪਤੀ ਦੇ ਰਾਹ ਪਾ ਦਿਓ। ਹਰਿ ਅੰਤਰ ਜਾਮੀ ਸਭ ਵਿਦ ਜਾਣੈ। ਮਹਾਰਾਜ ਕਹਿੰਦੇ ਉਹ ਅੰਤਰਜਾਮੀ ਆ ਭਾਈ, ਤੇਰੇ ਪਾਪ ਨੇ ਜਿਹੜੀਆਂ ਭੁੱਲਾਂ ਨੇ ਉਹ ਸੰਸਾਰ ਤੋਂ ਤੂੰ ਛੁਪਾ ਸਕਦਾ ਹੈ, ਪਰਿਵਾਰ ਤੋਂ ਛੁਪਾ ਸਕਦਾ ਹੈ, ਪਰ ਉਹ ਨਿਰੰਕਾਰ ਤੋਂ ਨਹੀਂ ਛੁਪਾ ਸਕਦਾ। ਇਹ ਸੰਸਾਰ ਪਰਿਵਾਰ ਤਾਂ ਤੈਨੂੰ ਤੇਰਾ ਲਿਬਾਸ ਦੇ ਕੇ ਪਹਿਰਾਵਾ ਵੇਖ ਕੇ ਭਗਤ ਕਹਿ ਸਕਦਾ ਹੈ, ਪਰ ਉਹ ਪਰਮੇਸ਼ਰ ਜਾਣਦਾ ਵੀ ਤੇਰਾ ਤਾਂ ਸੱਜਣ ਵਾਂਗੂ ਉੱਤੋਂ ਹੀ ਲਿਬਾਸ ਹੈ, ਅੰਦਰੋਂ ਤੂੰ ਪਾਪੀ ਹੈ। ਉਹ ਕਿਰਪਾ ਕਰਕੇ ਫਿਰ ਐਸੇ ਮਾਰਗ ਤੇ ਪਾਉਂਦਾ ਹੈ, ਜਿਵੇਂ ਸੱਜਣ ਨੂੰ ਸਿੱਧੇ ਰਾਹ ਪਾਇਆ ਮਹਾਰਾਜ ਨੇ। ਸਿੱਧੇ ਰਾਹ ਹੀ ਨਹੀਂ ਪਾਇਆ, ਪ੍ਰਚਾਰਕ ਥਾਪ ਦਿੱਤਾ, ਉਹਦੇ ਔਗਣ ਬਖਸ਼ ਦਿੱਤੇ। ਮਹਾਰਾਜ ਕਿਰਪਾ ਮੇਰੇ ਤੇ ਵੀ ਐਵੇਂ ਕਰੋ। ਤਾ ਕਿਸ ਪਹਿ ਆਖ ਸੁਨਾਈਆ। ਮਹਾਰਾਜ ਤਾਥੋਂ ਬਿਨਾਂ ਕੋਈ ਹੋਰ ਅੰਤਰਜਾਮੀ ਨਹੀਂ ਹੈ, ਤਾਥੋਂ ਮੇਰਾ ਕਿਸੇ ਨੂੰ ਨਹੀਂ ਪਤਾ ਵੀ ਮੇਰੀ ਗਤੀ ਕਿਵੇਂ ਹੋ ਸਕਦੀ ਹੈ। ਇਸ ਲਈ ਤਾਥੋਂ ਬਿਨਾਂ ਮੈਂ ਆਵਰੇ ਓਟ ਸਗਲੀ ਦੇਖੀ, ਇੱਕ ਤੇਰੀ ਓਟ ਰਹਾਈ ਹੈ, ਇੱਕ ਤੇਰੀ ਓਟ ਹੈ, ਤੇਰੀ ਸ਼ਰਨ ਵਿੱਚ ਹਾਂ। ਕਹਿਣਾ ਕਥਨ ਨਾ ਭੀਜੈ ਗੋਬਿੰਦ। ਫਿਰ ਜਗਿਆਸੂ ਪੁੱਛਦਾ ਵੀ ਕਿਵੇਂ ਉਹਦੀ ਕਿਰਪਾ ਹੋਵੇ, ਕੀ ਕੱਲੀਆਂ ਉਹਦੀਆਂ ਸਿਫਤਾਂ ਕਰਾਂ। ਮਹਾਰਾਜ ਕਹਿੰਦੇ ਕੱਲੇ ਕਹਿਣ ਕਥਨ ਨਾਲ ਨਹੀਂ ਭੇਜਦਾ ਉਹ, ਕੱਲੀ ਕਥਾ ਕਰ ਲੋ, ਕੱਲੇ ਉਹਦੀਆਂ ਸਿਫਤਾਂ ਕਹੀ ਜਾਓ, ਇਹਦੇ ਨਾਲ ਉਹਦੀ ਪ੍ਰਸੰਨਤਾ ਕੱਲੇ ਨਾਲ ਨਹੀਂ ਹੋਣੀ। ਹਰ ਭਾਵੈ ਪੈਜ ਰਖਾਈਆ। ਹਾਂ ਭਾਵੈ ਉਹ ਤੇ ਭਾਵਨਾ ਰੱਖਣੀ ਆ। ਕਥਾ ਕੀਰਤਨ ਕਰਦੇ ਹਾਂ, ਉਹਦਾ ਨਾਮ ਜਪਦੇ ਹਾਂ, ਸਿਫਤਾਂ ਕਰਦੇ ਹਾਂ, ਉਹ ਤੇ ਭਾਵਨਾ ਰੱਖਣੀ। ਇਹ ਨਾ ਹੋਵੇ ਬੱਧਾ ਜੱਟੀ ਨਿਤਨੇਮ ਕਰ ਲਿਆ, ਹਾਂ ਬਈ ਨਿਤਨੇਮ ਕਰਦਾ, ਨਿਤਨੇਮ ਕਰਦਾ ਜੀ, ਕਿੰਨਾ ਕਰਦਾ ਜੀ, 5 ਬਾਣੀਆਂ ਪੜ੍ਹ ਲੈਣਾ ਜੀ, ਆਸਾ ਦੀ ਵਾਰ ਪੜ੍ਹ ਲੈਣਾ ਜੀ, ਸੁਖਮਨੀ ਸਾਹਿਬ ਪੜ੍ਹ ਲੈਣਾ ਜੀ, ਪਰ ਨਾਲ ਨਾਲ ਸ਼ਨੀ ਦੇਵ ਨੂੰ ਵੀ ਪੂਜੀ ਜਾਵੇ, ਫਿਰ ਉਹ ਕੀ ਫਾਇਦਾ। ਭਾਵਨਾ ਤਾਂ ਹੋਈ ਨਾ, ਗੁਰੂ ਤੇ ਭਰੋਸਾ ਤਾਂ ਹੋਇਆ ਨਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਦੋਂ ਉਹ ਤੇ ਕੋਈ ਭਾਵਨਾ ਰੱਖਦਾ ਹੈ, ਉਹ ਆਪਣੇ ਭਾਣੇ ਦੇ ਵਿੱਚ ਪੈਜ ਰੱਖਦਾ ਸੇਵਕ, ਆਪਣੇ ਸੇਵਕਾਂ ਦੀ ਪਤ ਇੱਜ਼ਤ ਦੋਵਾਂ ਲੋਕਾਂ 'ਚ ਰੱਖਦਾ। ਅਵਰ ਓਟ ਮੈਂ ਸਗਲੀ ਦੇਖੀ। ਮਹਾਰਾਜ ਕਹਿੰਦੇ ਆਓ ਅਰਦਾਸ ਕਰ ਭਿੱਜ ਕੇ ਅੰਦਰੋਂ ਭਾਵਨਾ ਨਾਲ, ਭਰੋਸੇ ਨਾਲ, ਹੀ ਵਾਹਿਗੁਰੂ ਮੈਂ ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ। ਫਿਰ ਪੁੱਛਦੇ ਆ ਭਾਈ ਕਿਉਂ ਕਿਸੇ ਹੋਰ ਦੁਆਰੇ ਤੇ ਗਿਆ। ਮਹਾਰਾਜ ਹਾਂ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨੇ ਹੋ, ਔਰ ਰਾਮ ਰਹੀਮ ਪ੍ਰਾਨ ਕੁਰਾਨ ਅਨੇਕ ਹੈ ਮਤ ਏਕ ਨ ਮਾਨਿਓ। ਮਹਾਰਾਜ ਬੜੇ ਮਤਾਂ ਮਤਾਂਤਰਾਂ ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹੈ ਹਮ ਏਕ ਨ ਜਾਣਿਓ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ। ਹੁਣ ਤੇਰੇ ਦੁਆਰੇ ਤੇ ਆਇਆ ਮਹਾਰਾਜ, ਇੱਕ ਤੇਰੀ ਓਟ ਰਹਾਈ ਹੈ ਮਹਾਰਾਜ, ਹੁਣ ਇੱਕ ਤੁਹਾਡੀ ਓਟ ਹੈ, ਤੁਹਾਡੀ ਸ਼ਰਨ ਚ ਹਾਂ। ਹੋਏ ਦਇਆਲ ਕਿਰਪਾਲ ਪ੍ਰਭ ਠਾਕੁਰ। ਐਸੀਆਂ ਬੇਨੰਤੀਆਂ ਸੁਣ ਕੇ, ਭਾਵਨਾ ਵੇਖ ਕੇ ਉਹ ਵਾਹਿਗੁਰੂ ਫਿਰ ਦਇਆ ਦੇ ਘਰ ਵਿੱਚ ਆ ਜਾਂਦਾ ਹੈ, ਕਿਉਂਕਿ ਵਾਹਿਗੁਰੂ ਦਇਆਲੂ ਹੈ, ਉਹ ਕਿਰਪਾਲੂ ਹੈ, ਉਹ ਬਖਸ਼ਿੰਦ ਹੈ, ਉਹ ਬਖਸ਼ ਦਿੰਦਾ ਹੈ। ਜਦੋਂ ਅਸੀਂ ਮਨ ਕਰਕੇ ਸ਼ਰਨ ਚ ਪੈਂਦੇ ਆ ਨਾ, ਅਰਦਾਸਾਂ ਕਰਦੇ ਆ, ਉਹ ਤਰੁੱਠ ਪੈਂਦਾ ਹੈ। ਇਸੇ ਲਈ ਕਿਹਾ ਉਹ ਪ੍ਰਭੂ ਦੀ ਸ਼ਰਨ ਵਿੱਚ ਪਈਏ, ਤੁਮਰੀ ਸ਼ਰਨ ਤੁਮਾਰੀ ਆਸਾ। ਉਹਦੀ ਸ਼ਰਨ ਚ ਮਿਲਦਾ ਕੀ ਹੈ? ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਉਹ ਸਾਰੀਆਂ ਚਿੰਤਾਵਾਂ ਮੇਟ ਦਿੰਦਾ, ਉਹ ਸੋਭਾ ਦਿੰਦਾ ਹੈ, ਉਹ ਸਾਰੇ ਸੁੱਖ ਦਿੰਦਾ, ਦੁੱਖ ਘੱਟ ਦਿੰਦਾ ਹੈ। ਮਹਾਰਾਜ ਕਹਿੰਦੇ ਹੋਏ ਦਇਆਲ, ਉਹ ਦਇਆ ਦੇ ਘਰ ਵਿੱਚ ਆ ਜਾਂਦਾ ਹੈ। ਕਿਰਪਾਲ, ਕਿਰਪਾ ਦੇ ਘਰ ਵਿੱਚ ਆ ਕੇ ਉਹ ਫਿਰ ਬਖਸ਼ਿਸ਼ ਕਰਦਾ ਹੈ। ਆਪੇ ਸੁਣੈ ਬੇਨੰਤੀ। ਉਹ ਠਾਕੁਰ ਮਾਲਕ ਪਰਮੇਸ਼ਰ ਪ੍ਰਭੂ ਜੀ ਫਿਰ ਆਪ ਬੇਨਤੀ ਸੁਣਦਾ ਹੈ, ਆਪ ਸੇਵਕ ਦੀ ਅਰਦਾਸ ਸੁਣਦਾ ਹੈ। ਦੇ ਕੰਨ ਸੁਣੈ ਅਰਦਾਸ ਜੀਓ,
ਉਹ ਜਦੋਂ ਕੋਈ ਭਾਵਨਾ ਨਾਲ ਇੱਕ ਮਨ ਇੱਕ ਚਿੱਤ ਹੋ ਕੇ ਕੋਈ ਸੇਵਕ ਅਰਦਾਸ ਕਰਦਾ ਹੈ, ਉਹ ਵਾਹਿਗੁਰੂ ਆਪ ਸੁਣਦਾ ਹੈ। ਇਹ ਨਹੀਂ ਹੈ ਵੀ ਅਸੀਂ ਅਰਦਾਸ ਕਰੀਏ ਤੇ ਉਹ ਸੁਣੇ ਨਾ, ਉਹ ਵਾਹਿਗੁਰੂ ਸੁਣਦਾ ਹੈ। ਪਰ ਅਰਦਾਸ ਅਸੀਂ ਕਰੀਏ ਭਾਵਨਾ ਨਾਲ, ਭਰੋਸੇ ਨਾਲ। ਪਹਿਲੋਂ ਤਾਂ ਕਈ ਵਾਰ ਸਾਡੇ ਮਨਾਂ ਵਿੱਚ ਇਹੀ ਨਹੀਂ ਪਤਾ ਹੁੰਦਾ ਵੀ ਅਸੀਂ ਕਿੱਥੇ ਖਲੋ ਕੇ ਅਰਦਾਸ ਕਰ ਰਹੇ ਹਾਂ। ਅਰਦਾਸ ਕਰਨ ਦੀ ਜੁਗਤੀ ਵੀ ਨਹੀਂ ਪਤਾ ਸਾਨੂੰ। ਅਰਦਾਸ ਕਰਨ ਲਈ ਸਾਨੂੰ ਹੁਕਮ ਹੈ, ਦੋਏ ਕਰ ਜੋੜ ਕਰੋ ਅਰਦਾਸ। ਦੋਵੇਂ ਹੱਥ ਜੋੜ ਕੇ ਅਰਦਾਸ ਕਰਨੀ ਹੈ। ਦੋਵੇਂ ਹੱਥ ਜੋੜ ਕੇ ਅਰਦਾਸ ਕਰਨ ਦਾ ਇੱਕ ਵੱਡਾ ਫਲ ਹੈ। ਕਰ ਅੰਜਲੀ ਪੁੰਨ ਵੱਡਾ ਹੈ। ਦੋਵੇਂ ਹੱਥ ਜੋੜਨੇ ਸਤਿਗੁਰੂ ਅੱਗੇ, ਉਂਗਲਾਂ ਨਾਲ ਉਂਗਲਾਂ ਮਿਲਾਉਣੀਆਂ, ਗੁੱਠੇ ਨਾਲ ਗੂਠਾ ਮਿਲਾਉਣਾ, ਹਥੇਲੀ ਨਾਲ ਹਥੇਲੀ ਮਿਲ ਜਾਣੀ, ਦੋਵੇਂ ਹੱਥ ਜੋੜ ਲੈਣੇ। ਇਹਦਾ ਵੱਡਾ ਪੁੰਨ ਹੈ, ਵੱਡਾ ਫਲ ਹੈ। ਕਰ ਅੰਜਲੀ ਪੁੰਨ ਵੱਡਾ ਹੈ। ਦੋਏ ਕਰ ਜੋੜ ਕਰੋ ਅਰਦਾਸ। ਫਿਰ ਅਰਦਾਸ ਕਰਦੇ ਹਾਂ ਅਸੀਂ ਆਪਣੀਆਂ ਕੰਡੀਸ਼ਨਾਂ ਲਾਉਣੇ ਆ, ਤੂੰ ਆਹ ਕਰ, ਤੂੰ ਐਂ ਕਰ। ਪਰ ਮਹਾਰਾਜ ਕਹਿੰਦੇ ਨਹੀਂ, ਉੱਥੇ ਕੋਈ ਜ਼ੋਰ ਜ਼ਬਰਦਸਤੀ ਨਹੀਂ ਚੱਲਦੀ। ਉੱਥੇ ਤਾਂ ਨਿਮਾਣਾ ਹੋ, ਢਹਿ ਪਏ ਉਹਦੇ ਦਰ ਤੇ। ਉਹ ਤਾਂ ਤੁਧ ਭਾਵ ਹੈ ਤਾਂ ਆਣਾ ਰਾਸ। ਉਹਨੂੰ ਜੇ ਭਾਵ ਜਾਵੇ, ਜੇ ਭਾਵਨਾ ਰੱਖੇਗਾ, ਸਰਦਾ ਰੱਖੇਗਾ, ਬੇਨਤੀਆਂ ਕਰਦਾ ਰਵੇਂਗਾ ਬਾਰ-ਬਾਰ, ਫਿਰ ਉਹਨੂੰ ਇੱਕ ਦਿਨ ਭਾ ਜਾਂਦਾ, ਉਹ ਅਰਦਾਸ ਸੁਣ ਲੈਂਦਾ। ਹੇ ਵਾਹਿਗੁਰੂ, ਆਪੇ ਸੁਣੈ ਬੇਨੰਤੀ, ਤੂੰ ਸੇਵਕਾਂ ਦੀ ਆਪ ਹੀ ਬੇਨਤੀ ਸੁਣਦਾ ਹੈ। ਪੂਰਾ ਸਤਿਗੁਰ ਮੇਲ ਮਿਲਾਵਾ। ਉਹ ਸਤਿਗੁਰੂ ਪੂਰਾ ਫਿਰ ਆਪ ਹੀ ਪਰਮੇਸ਼ਰ ਨਾਲ ਮੇਲ ਮਿਲਾ ਦਿੰਦਾ ਹੈ। ਸਭ ਚੂਕੈ ਮਨ ਕੀ ਚਿੰਤੀ। ਇਹ ਲੋਕ ਦੇ ਫਿਕਰ ਝੋਰੇ ਸਭ ਮਿਟ ਜਾਂਦੇ ਆ ਸੇਵਕ ਦੇ, ਪਰ ਲੋਕ ਦੇ ਵੀ ਫਿਰ ਜਿਹੜੇ ਫਿਕਰ ਨੇ ਉਹ ਸਾਰੇ ਮਿਟ ਜਾਂਦੇ ਆ। ਹਰ ਹਰ ਨਾਮ ਅਵਖਦ ਮੁਖ ਪਾਇਆ। ਫਿਰ ਕਹਿੰਦੇ ਚਿੰਤ ਭਵਨ ਮਨ ਪਰਿਓ ਹਮਾਰਾ, ਨਾਮ ਬਿਨਾ ਕੈਸੇ ਉਤਰਸ ਪਾਰਾ। ਇਹ ਚਿੰਤਾ ਮੇਟ ਦਿੰਦੇ ਆ। ਹਰ ਹਰ ਨਾਮ ਔਖਦ ਮੁਖ ਪਾਇਆ। ਸੇਵਕ ਦੇ ਮੁਖ ਵਿੱਚ ਨਾਮ ਰੂਪੀ ਔਖ ਦੀ ਦਵਾਈ ਸਤਿਗੁਰੂ ਪਾ ਦਿੰਦੇ ਆ। ਜਨ ਨਾਨਕ ਸੁਖ ਵਸੰਤੀ। ਸਤਿਗੁਰੂ ਗੁਰੂ ਨਾਨਕ ਨਾਮ ਦੀ ਮੋਹਰ ਲਾਉਂਦਿਆਂ ਸ਼ਬਦ ਦੀ ਸਮਾਪਤੀ ਕਰਦਿਆਂ ਫਰਮਾਉਂਦੇ ਆ, ਜਨ ਨਾਨਕ ਸੁਖ ਵਸੰਤੀ। ਉਹ ਜੀਵ ਆਤਮਾ, ਉਹ ਸੇਵਕ ਰੂਹ ਫਿਰ ਗੁਰੂ ਕਿਰਪਾ ਨਾਲ ਨਾਮ ਔਖਦੀ ਨੂੰ ਪਾ ਕੇ ਇਹ ਲੋਕ 'ਚ ਵੀ ਸੁਖ ਵਸੰਤੀ, ਸੁਖੀ ਵਸਦੀ ਹੈ, ਤੇ ਪਰਲੋਕ 'ਚ ਵੀ ਸੁਹੇਲਾ ਸੁਖੀ ਵਸਦੀ ਹੈ। ਸਤਿਗੁਰੂ ਨੇ ਕਿਰਪਾ ਕੀਤੀ। ਅੱਜ ਦੇ ਪਾਵਨ ਮੁੱਖ ਵਾਕ ਦੀ ਵਿਚਾਰ ਸਤਿਗੁਰੂ ਨੇ ਆਪ ਕਿਰਪਾ ਕਰਕੇ ਕਰਾਈ ਹੈ। ਸਤਿਗੁਰੂ ਜੀ, ਸਤਿਗੁਰੂ ਦੀ ਸੰਗਤ ਬਖਸ਼ਿੰਦ ਹੈ, ਬਖਸ਼ ਲੈਣਾ ਜੀ। ਆਓ ਅਖੀਰਲੀਆਂ ਪੰਗਤੀਆਂ ਸਰਵਣ ਕਰਕੇ ਫਤਿਹ ਪ੍ਰਵਾਨੋ ਜੀ। ਹੋਏ ਦਇਆਲ ਕਿਰਪਾਲ ਪ੍ਰਭ ਠਾਕੁਰ, ਆਪੇ ਸੁਣੈ ਬੇਨੰਤੀ। ਪੂਰਾ ਸਤਿਗੁਰ ਮੇਲ ਮਿਲਾਵਾ, ਸਭ ਚੂਕੈ ਮਨ ਕੀ ਚਿੰਤੀ। ਹਰ ਹਰ ਨਾਮ ਅਵਖਦ ਮੁਖ ਪਾਇਆ, ਜਨ ਨਾਨਕ ਸੁਖ ਵਸੰਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।